ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਕੈਂਪ ਦੀ ਜੋ ਆਰੰਭਤਾ ਕਰਦੇ ਹਾਂ ਜਾਪ ਦੀ ਸੇਵਾ ਦੇ ਨਾਲ। ਜਾਪ ਦੀ ਸੇਵਾ ਕਰ ਰਹੇ ਨੇ ਜੀ ਗੁਰਦਰਸਪ੍ਰੀਤ ਕੌਰ, ਰੋਪੜ ਤੋਂ 12604 EPP ਨੰਬਰ। ਗੁਰਦਰਸਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ, ਜਦੋਂ ਵੀ ਅਸੀਂ ਜਾਪ ਦੀ ਸੇਵਾ ਕਰੀਏ ਕੋਸ਼ਿਸ਼ ਕਰੀਏ ਅੱਖਾਂ ਬੰਦ ਕਰਕੇ ਪ੍ਰੇਮ ਦੇ ਨਾਲ ਕਰੀਏ ਜੀ। ਤੇ ਗੁਰਪ੍ਰਸਾਦ ਨਹੀਂ ਜੀ, ਗੁਰਪ੍ਰਸਾਦ। ਸੋ ਆਓ ਹੁਣ ਕੀਰਤਨ ਦੀ ਸੇਵਾ ਦੀ ਆਰੰਭਤਾ ਕਰਦੇ ਹਾਂ। ਕੀਰਤਨ ਦੀ ਸੇਵਾ ਨਿਭਾ ਰਹੇ ਨੇ ਜੀ ਭਗਵੰਤਦੀਪ ਕੌਰ ਜੀ ਪੱਟੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
जियो पिंड तेरी रात सकरातिया कातिया कुछ जियो पिंड तेरी रात रहमत तेरी सुख पाया सदा नानक की अरदास मेरे मन सारिक मेरे मान साहिब मेरा मेरे मान मेरे मन साहिब मेरे मान साहिब मेरा मेरे मान साहिब मेरा मेरे मान साहिब मेरा मेरे मान ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਪੂਰੇ ਪਰਿਵਾਰ ਨੇ ਬੜੇ ਪਿਆਰ ਦੇ ਨਾਲ ਸ਼ਬਦ ਕੀਰਤਨ ਸਰਵਨ ਕਰਵਾਇਆ ਜੀ। ਸੋ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦਾ ਸੈਸ਼ਨ ਲੈਣਗੇ ਪ੍ਰਵਿੰਦਰ ਕੌਰ ਜੀ, ਜਿਨ੍ਹਾਂ ਦਾ ਵਿਸ਼ਾ ਹੈ ਮੈਮਰੀ ਟੈਕਨੀਕਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਜਿਵੇਂ ਕਿ ਦੱਸਿਆ ਮੇਰਾ ਟੌਪਿਕ ਮੈਮਰੀ ਟੈਕਨੀਕਸ ਹੈਗਾ ਹੈ ਤੇ ਇੱਕ ਮਿੰਟ ਮੈਂ ਪੀਪੀਟੀ ਸ਼ੇਅਰ ਕਰ ਰਹੀ ਹਾਂ ਜੀ। ਤੇ ਅੱਜ ਅਸੀਂ ਦੇਖਾਂਗੇ ਕਿ ਅਸੀਂ ਕਿਵੇਂ ਆਪਣੀ ਮੈਮਰੀ ਨੂੰ ਐਨਹਾਂਸ ਕਰ ਸਕਦੇ ਹਾਂ ਜਾਂ ਇਨਕਰੀਜ਼ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮੇਰਾ ਕੁਐਸਚਨ ਸਾਰਿਆਂ ਨੂੰ ਇਹ ਹੈ ਕਿ ਤੁਹਾਡੇ ਨਾਲ ਕਦੀ ਐਵੇਂ ਹੋਇਆ ਹੈ ਕਿ ਤੁਸੀਂ ਕੁਝ ਯਾਦ ਕੀਤਾ ਹੋਏ ਤੇ ਥੋੜੀ ਦੇਰ ਬਾਅਦ ਹੀ ਤੁਹਾਨੂੰ ਉਹ ਭੁੱਲ ਗਿਆ ਹੋਏ। ਸਾਡੇ ਸਭ ਨਾਲ ਐਵੇਂ ਹੁੰਦਾ ਹੈ ਕਿ ਜਦੋਂ ਮੇਰੇ ਨਾਲ ਖੁਦ ਹੁੰਦਾ ਹੈ ਕਿ ਜਦੋਂ ਕੁਝ ਯਾਦ ਕਰੋ ਥੋੜੀ ਦੇਰ ਬਾਅਦ ਹੀ ਉਹ ਭੁੱਲ ਜਾਂਦਾ ਹੈ। ਤੇ ਐਵੇਂ ਸਾਡੇ ਨਾਲ ਇਸ ਕਰਕੇ ਹੁੰਦਾ ਹੈ ਕਿ ਜੋ ਅਸੀਂ ਪੜ੍ਹਿਆ ਹੁੰਦਾ ਹੈ ਨਾ, ਜਾਂ ਤਾਂ ਅਸੀਂ ਉਹਨੂੰ ਡੀਪਲੀ ਨਹੀਂ ਪੜ੍ਹਦੇ, ਮਤਲਬ ਪੂਰੇ ਅੰਦਰ ਤੱਕ ਜਾ ਕੇ ਨਹੀਂ ਪੜ੍ਹਦੇ ਉਸ ਕੰਟੈਂਟ ਨੂੰ, ਉਸ ਚੈਪਟਰ ਨੂੰ, ਜਾਂ ਅਸੀਂ ਉਹਦਾ ਕੰਸੈਪਟ ਨਹੀਂ ਸਮਝਦੇ। ਤੇ ਅੱਜ ਅਸੀਂ ਐਵੇਂ ਦੀਆਂ ਟੈਕਨੀਕਸ ਦੇਖਾਂਗੇ, ਸਿੱਖਾਂਗੇ, ਜਿਨ੍ਹਾਂ ਨਾਲ ਅਸੀਂ ਆਪਣੀ ਮੈਮਰੀ ਨੂੰ ਐਨਹਾਂਸ ਕਰ ਸਕਦੇ ਹਾਂ, ਇਨਕਰੀਜ਼ ਕਰ ਸਕਦੇ ਹਾਂ। ਸੋ ਸਾਈਕੋਲੋਜੀ ਵਿੱਚ ਸਾਡੇ ਕੋਲ ਇੱਕ ਵਰਡ ਹੈਗਾ ਨਿਮੋਨਿਕਸ। ਨਿਮੋਨਿਕਸ ਇੱਕ ਵਰਡ ਜਦੋਂ ਅਸੀਂ ਯੂਜ਼ ਕਰਦੇ ਹਾਂ, ਇਹਦਾ ਮਤਲਬ ਹੁੰਦਾ ਹੈ ਦੀ ਸਟ੍ਰੈਟਜੀਜ਼ ਯੂਜ਼ਡ ਫॉर ਇੰਪਰੂਵਿੰਗ ਮੈਮਰੀਜ਼। ਹੁਣ ਜਦੋਂ ਮੈਂ ਆਪਣੀ ਮੈਮਰੀ ਯੂਜ਼ ਕਰਨ ਲਈ ਕੋਈ ਵੀ ਸਾਈਕੋਲੋਜੀਕਲ ਟੈਕਨੀਕ ਯੂਜ਼ ਕਰਾਂਗੀ ਤੇ ਮੈਂ ਉਹਨੂੰ ਕਵਾਂਗੀ ਨਿਮੋਨਿਕਸ। ਹੁਣ ਸਾਡੇ ਕੋਲ ਅਲੱਗ-ਅਲੱਗ ਟਾਈਪ ਦੇ ਨਿਮੋਨਿਕਸ ਹੁੰਦੇ ਨੇ, ਜਿਵੇਂ ਕੁਛ ਨਿਮੋਨਿਕਸ ਵਿੱਚ ਅਸੀਂ ਇਮੇਜਿਸ ਯੂਜ਼ ਕਰਦੇ ਹਾਂ, ਕਈਆਂ ਵਿੱਚ ਅਸੀਂ ਕੁਛ ਹੋਰ ਪੈਟਰਨਸ ਯੂਜ਼ ਕਰਦੇ ਹਾਂ। Some of them involve use of images, whereas other emphasize self-induced organization of information. ਮਤਲਬ ਜਿਵੇਂ ਕਿ ਮੈਂ ਦੱਸਿਆ ਕਿ ਕਈਆਂ ਵਿੱਚ ਅਸੀਂ ਇਮੇਜਿਸ ਯੂਜ਼ ਕਰਦੇ ਹਾਂ ਤੇ ਕਈਆਂ ਦੇ ਵਿੱਚ ਅਸੀਂ ਆਪਣੇ ਬਣਾਏ ਹੋਏ ਪੈਟਰਨਸ, ਆਰਗੇਨਾਈਜੇਸ਼ਨਸ ਯੂਜ਼ ਕਰਦੇ ਹਾਂ। ਮਤਲਬ ਮੈਂ ਇਨਫੋਰਮੇਸ਼ਨ ਨੂੰ ਆਪਣੇ ਤਰੀਕੇ ਨਾਲ ਆਰਗੇਨਾਈਜ਼ ਕਰਕੇ ਫਿਰ ਮੈਂ ਉਹਨੂੰ ਯਾਦ ਕਰ ਰਹੀ ਹਾਂ। ਤੇ ਨਿਮੋਨਿਕਸ ਅਸੀਂ ਹੁਣ ਦੇਖਦੇ ਹਾਂ ਕਿਵੇਂ ਕਿਵੇਂ ਦੇ ਨਿਮੋਨਿਕਸ ਹੁੰਦੇ ਨੇ। ਸਭ ਤੋਂ ਪਹਿਲਾਂ ਦੇਖਦੇ ਹਾਂ ਨਿਮੋਨਿਕਸ ਯੂਜ਼ਿੰਗ ਇਮੇਜਿਸ। ਹੁਣ ਸਭ ਤੋਂ ਪਹਿਲਾਂ ਮੈਥਡ ਜਿਹਦੇ ਨਾਲ ਅਸੀਂ ਆਪਣੀ ਮੈਮਰੀ ਇਨਕਰੀਜ਼ ਕਰ ਸਕਦੇ ਹਾਂ ਉਹ ਹੈਗਾ ਕੀਵਰਡ ਮੈਥਡ। ਕੀਵਰਡ ਮੈਥਡ ਦੇ ਵਿੱਚ ਅਸੀਂ ਕੀ ਕਰਾਂਗੇ? Suppose you want to learn words of any foreign language. In this method, an English word that sounds similar to the word of the foreign language is identified. The English word will act as a keyword. ਹੁਣ ਅਸੀਂ suppose ਤੁਸੀਂ ਕੋਈ foreign language ਸਿੱਖਣੀ ਹੈ, ਠੀਕ ਹੈ। ਇਹਦੀ ਨਾ ਬੈਸਟ ਐਗਜ਼ਾਮਪਲ ਮੋਸਟਲੀ ਜਗ੍ਹਾ ਤੇ ਤੁਹਾਨੂੰ ਮਿਲ ਜਾਏਗੀ। ਇੱਕ ਸਪੈਨਿਸ਼ ਦਾ ਨਾ ਵਰਡ ਹੈ ਪੈਟੋ, ਤੇ ਉਹਦਾ ਮਤਲਬ ਅਸੀਂ ਜਦੋਂ ਯਾਦ ਕਰਾਂਗੇ, ਮਤਲਬ ਅਸੀਂ ਉਹਦਾ ਮਤਲਬ ਦੇਖਾਂਗੇ ਤੇ ਉਹ ਕੁਛ ਨਾ ਇੰਗਲਿਸ਼ ਵਰਡ ਦੇ ਨਾਲ ਸਿਮਿਲਰ ਜਿਹਾ ਹੋਏਗਾ। ਤੇ ਐਵੇਂ ਕਰਕੇ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ। ਹੁਣ ਉਹਦਾ ਮਤਲਬ ਕੀ ਹੈ? ਪੈਟੋ ਦਾ ਮਤਲਬ ਹੁੰਦਾ ਹੈ ਡਕ। ਪੈਟੋ ਇੱਕ ਸਪੈਨਿਸ਼ ਵਰਡ ਹੈ ਜਿਹਦਾ ਮਤਲਬ ਇੰਗਲਿਸ਼ ਵਿੱਚ ਹੁੰਦਾ ਹੈ ਡਕ। ਤੇ ਹੁਣ ਮੈਂ ਇਹਨੂੰ ਕਿਵੇਂ ਯਾਦ ਕਰਾਂਗੀ? ਐਵੇਂ ਤਾਂ ਮੈਨੂੰ ਹੁਣ ਨਹੀਂ ਤਾਂ 10 ਮਿੰਟ ਤੱਕ ਭੁੱਲ ਜਾਏਗਾ। ਤੇ ਇਹਦਾ ਸਭ ਤੋਂ ਈਜ਼ੀ ਮੈਥਡ ਜਿਹੜਾ ਹੈਗਾ ਉਹ ਹੈ ਕਿ ਮੈਂ ਐਵੇਂ ਇਮੈਜਿਨ ਕਰਾਂ ਕਿ ਇੱਕ ਪੋਟ ਹੈਗਾ, ਪੋਟ ਦੇ ਵਿੱਚ ਇੱਕ ਡਕ ਬੈਠੀ ਹੋਈ ਹੈ ਤੇ ਪੋਟ ਪਾਣੀ ਦੇ ਨਾਲ ਫਿਲਡ ਹੈ। ਐਵੇਂ ਕਰਕੇ ਜਦੋਂ ਮੈਂ ਯਾਦ ਕਰਾਂਗੀ ਤੇ ਜਦੋਂ ਵੀ ਮੈਨੂੰ ਕੋਈ ਪੁੱਛੇਗਾ ਕਿ ਪੈਟੋ ਦਾ ਮਤਲਬ ਕੀ ਹੈ, ਠੀਕ ਹੈ, ਤੇ ਮੇਰੇ ਦਿਮਾਗ 'ਚ ਫਟਾਫਟ ਇੱਕ ਪੋਟ ਆ ਜਾਏਗਾ। ਪੈਟ ਤੇ
ਪੈਟੋ ਤੇ ਪੋਰਟ ਸਿਮਿਲਰ ਜਿਹੇ ਨੇ, ਇਸ ਕਰਕੇ ਅਸੀਂ ਇਹਨਾਂ ਦਾ ਕਨੈਕਸ਼ਨ ਬਣਾ ਸਕਦੇ ਹਾਂ। ਹੁਣ ਜਦੋਂ ਮੈਨੂੰ ਪੁੱਛਣਗੇ ਤੇ ਮੇਰੇ ਦਿਮਾਗ 'ਚ ਫਟਾਫਟ ਪੋਰਟ ਆ ਜਾਏਗਾ। ਪੋਰਟ ਮੈਂ ਕਿਹਦੇ ਨਾਲ ਰਿਲੇਟ ਕੀਤਾ ਸੀ? ਮੈਂ ਡਕ ਨਾਲ ਰਿਲੇਟ ਕੀਤਾ ਸੀ। ਇਸ ਕਰਕੇ ਇਸ ਕਰਕੇ ਮੈਨੂੰ ਉਹ ਵਰਡ ਯਾਦ ਰਹਿ ਜਾਏਗਾ। ਮੈਨੂੰ ਪਤਾ ਲੱਗ ਜਾਏਗਾ ਕਿ ਪੈਟੋ ਦਾ ਮਤਲਬ ਹੈਗਾ ਡਕ। ਸੋ ਇਹ ਸਾਡਾ ਫਰਸਟ ਮੈਥਡ ਹੈਗਾ ਜੋ ਅਸੀਂ ਯੂਜ਼ ਕਰ ਸਕਦੇ ਹਾਂ ਮੈਮਰੀ ਐਨਹਾਂਸ ਕਰਨ ਲਈ। ਕਾਫੀ ਜਗ੍ਹਾ ਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ, ਪਰ ਮੋਸਟਲੀ ਅਗਰ ਅਸੀਂ ਇਹਨੂੰ ਯੂਜ਼ ਕਰਨਾ ਹੈ ਤਾਂ ਇਹ ਫੋਰਨ ਲੈਂਗੁਏਜ ਸਿੱਖਣ ਵਿੱਚ ਯੂਜ਼ ਹੁੰਦਾ ਹੈ। ਸਪੋਜ਼ ਤੁਸੀਂ ਇੰਗਲਿਸ਼ ਸਿੱਖਣੀ ਹੈ, ਤੁਸੀਂ ਪੰਜਾਬੀ ਦੇ ਵਰਡਸ ਨੂੰ ਥੋੜਾ ਬਹੁਤ ਕੋਰਿਲੇਟ ਕਰ ਲਓ ਉਹਦੇ ਨਾਲ। ਤੁਸੀਂ ਫ੍ਰੈਂਚ ਸਿੱਖਣੀ ਹੈ, ਤੁਸੀਂ ਇੰਗਲਿਸ਼ ਦੇ ਵਰਡਸ ਨਾਲ ਕੋਰਿਲੇਟ ਕਰ ਲਓ। ਐਵੇਂ ਕਰਕੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਸੈਕਿੰਡ ਮੈਥਡ ਹੈਗਾ ਮੈਥਡ ਆਫ ਲੋਕੀ। ਇਹ ਵੀ ਬੜਾ ਇੰਟਰਸਟਿੰਗ ਮੈਥਡ ਹੈ। ਹੁਣ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਜੋ ਵੀ ਮੈਂ ਆਈਟਮਸ ਯਾਦ ਕਰਨੀਆਂ ਨੇ ਨਾ, ਸਪੋਜ਼ ਮੈਂ ਬਾਜ਼ਾਰ ਜਾਣਾ ਹੈ ਤੇ ਬਾਜ਼ਾਰ ਤੋਂ ਮੈਂ ਪਹਿਲਾਂ ਆਪਣੇ ਸਟੱਡੀ ਵਾਸਤੇ ਮੈਂ ਨੋਟਬੁੱਕਸ, ਪੈਨਸ ਜਾਂ ਹੋਰ ਮਟੀਰੀਅਲ ਲੈਣਾ ਹੈ। ਉਸ ਤੋਂ ਬਾਅਦ ਮੈਂ ਵੈਜੀਟੇਬਲਸ ਲੈਣੀਆਂ ਨੇ, ਫਿਰ ਮੈਂ ਫਰੂਟਸ ਲੈਣੇ ਨੇ, ਫਿਰ ਮੈਂ ਸੋਪਸ ਵਗੈਰਾ ਲੈਣੇ ਨੇ। ਤੇ ਮੈਨੂੰ ਐਵੇਂ ਸਭ ਕੁਛ ਯਾਦ ਨਹੀਂ ਰਹੇਗਾ ਇੰਨਾ ਕੁਛ ਨਾ ਕੁਛ, ਮਤਲਬ 2-3 ਚੀਜ਼ਾਂ ਤਾਂ ਮੈਂ ਭੁੱਲ ਹੀ ਜਾਵਾਂਗੀ। ਤੇ ਇਹਦੇ ਵਿੱਚ ਅਸੀਂ ਕੀ ਕਰਾਂਗੇ ਕਿ ਸਪੋਜ਼ ਮੈਂ ਪਹਿਲਾਂ ਆਪਣੇ ਦਿਮਾਗ ਵਿੱਚ ਇਮੇਜ ਬਣਾ ਲਈ ਆਪਣੇ ਰੂਮ ਦੀ, ਠੀਕ ਹੈ। ਹੁਣ ਰੂਮ ਦੇ ਵਿੱਚ ਮੈਨੂੰ ਕੀ ਚਾਹੀਦਾ? ਮੈਨੂੰ ਆਪਣਾ ਪੈਨ ਚਾਹੀਦਾ ਹੈ, ਮਤਲਬ ਨਵਾਂ ਪੈਨ ਲਿਆਉਣਾ ਹੈ, ਮੈਂ ਨਵੀਆਂ ਨੋਟਬੁੱਕਸ ਲਿਆਉਣੀਆਂ ਨੇ, ਥੋੜਾ ਬਹੁਤ ਸਟੇਸ਼ਨਰੀ ਦਾ ਮਟੀਰੀਅਲ ਹੋਰ ਲਿਆਉਣਾ ਹੈ। ਐਵੇਂ ਕਰਕੇ ਮੈਨੂੰ ਯਾਦ ਹੋ ਗਿਆ ਕਿ ਰੂਮ ਵਿੱਚ ਮੈਨੇ ਇਹ ਨੀਡ ਹੈਗੀ ਹੈ, ਇਹ ਚੀਜ਼ਾਂ ਦੀ ਨੀਡ ਹੈ। ਹੁਣ ਮੈਂ ਆਪਣੀ ਕਿਚਨ 'ਚ ਗਈ, ਮਤਲਬ ਮੈਂਟਲੀ ਮੈਂ ਆਪਣੀ ਕਿਚਨ 'ਚ ਗਈ। ਮੇਰੀ ਕਿਚਨ ਵਿੱਚ ਵੈਜੀਟੇਬਲਸ ਤੇ ਫਰੂਟਸ ਮਿਸਿੰਗ ਨੇ। ਮੈਨੂੰ ਯਾਦ ਆ ਗਿਆ ਕਿ ਮੈਂ ਉੱਥੋਂ ਦੀ ਵੈਜੀਟੇਬਲਸ ਤੇ ਫਰੂਟਸ ਲਿਆਣੇ ਨੇ ਕਿਚਨ ਵਾਸਤੇ। ਹੁਣ ਅਗਲੀ ਚੀਜ਼, ਮੈਂ ਬਾਥਰੂਮ ਵਿੱਚ ਗਈ, ਉੱਥੇ ਸੋਪਸ ਮਿਸਿੰਗ ਨੇ। ਹੁਣ ਮੈਨੂੰ ਪਤਾ ਲੱਗ ਜਾਏਗਾ ਕਿ ਮੈਂ ਉੱਥੇ ਵਾਸਤੇ ਸੋਪ ਲਿਆਉਣਾ ਹੈ। ਹੁਣ ਜਦੋਂ ਮੈਂ ਮਾਰਕੀਟ ਵਿੱਚ ਐਂਟਰ ਕਰਾਂਗੀ ਤੇ ਮੈਂ ਇੱਕ ਨਾ ਆਪਣੇ ਮੈਪ ਬਣਾਇਆ ਹੋਇਆ, ਆਪਣੇ ਮੈਂਟਲ ਮੈਪ ਬਣਾਇਆ ਹੋਇਆ ਹੈ, ਮੈਂ ਉਹਦੇ ਗੋ ਥਰੂ ਕਰਾਂਗੀ। ਮਤਲਬ ਮੈਂ ਉਹਦੇ ਵਿੱਚੋਂ ਜਾਵਾਂਗੀ ਕਿ ਪਹਿਲਾਂ ਮੈਂ ਆਪਣੇ ਰੂਮ 'ਚ ਗਈ, ਫਿਰ ਮੈਂ ਕਿਚਨ 'ਚ ਗਈ, ਫਿਰ ਮੈਂ ਬਾਥਰੂਮ 'ਚ ਗਈ। ਮੈਨੂੰ ਐਵੇਂ ਕਰਕੇ ਸਭ ਕੁਛ ਇੱਕ ਸੀਕੁਐਂਸ ਵਾਈਜ਼ ਹੈ ਨਾ, ਸੀਰੀਅਲ ਆਰਡਰ ਵਿੱਚ ਸਭ ਕੁਛ ਯਾਦ ਹੋ ਜਾਏਗਾ। ਤੇ ਐਵੇਂ ਕਰਕੇ ਮੈਨੂੰ ਕੋਈ ਚੀਜ਼ ਭੁੱਲੇਗੀ ਵੀ ਨਹੀਂ। ਆਈਟਮਸ ਯੂ ਵਾਂਟ ਟੂ ਆਬਜੈਕਟਸ in the form of visual images। ਹੁਣ ਐਵੇਂ ਮਤਲਬ ਕਿ ਅਸੀਂ ਉਹਨਾਂ ਨੂੰ ਅਰੇਂਜ ਕਰਤਾ, ਠੀਕ ਹੈ। ਜਿਵੇਂ ਮੈਂ ਦੱਸਿਆ ਕਿ ਮੇਰੇ ਰੂਮ ਵਿੱਚ ਇਹ ਚੀਜ਼ਾਂ ਦੀ ਨੀਡ ਹੈ, ਤੇ ਉਵੇਂ ਕਰਕੇ ਮੈਂ ਉਹਨਾਂ ਨੂੰ ਆਪਣੇ ਮਾਈਂਡ ਵਿੱਚ ਅਰੇਂਜ ਕਰ ਲਿਆ। This method is helpful in learning items in serial order। ਹੁਣ ਜੋ ਵੀ ਮੈਂ ਸੀਰੀਅਲ ਆਰਡਰ ਵਿੱਚ ਯਾਦ ਕਰਨਾ, ਜਿਵੇਂ ਮੈਂ ਦੱਸਿਆ ਕਿ ਰੂਮ ਤੋਂ ਕਿਚਨ 'ਚ ਗਈ, ਕਿਚਨ ਤੋਂ ਬਾਥਰੂਮ 'ਚ ਗਈ, ਐਵੇਂ ਕਰਕੇ ਸੀਰੀਅਲ ਆਰਡਰ ਵਿੱਚ ਮੈਂ ਹਰ ਇੱਕ ਆਈਟਮ ਨੂੰ ਯਾਦ ਕਰ ਸਕਦੀ ਹਾਂ। ਸੋ ਇਹ ਸਾਡਾ ਸੈਕਿੰਡ ਮੈਥਡ ਸੀ, ਮੈਥਡ ਆਫ ਲੋਕੀ। ਹੁਣ ਸਾਡੇ ਕੋਲ ਕੁਛ ਨਿਮੋਨਿਕਸ ਜਾਂ ਕੁਛ ਮੈਮਰੀ ਟੈਕਨੀਕਸ ਯੂਜ਼ਿੰਗ ਆਰਗੇਨਾਈਜੇਸ਼ਨ ਵੀ ਨੇ, ਉਹ ਦੇਖਣਾ ਕਿ ਕਿਵੇਂ ਦੀਆਂ ਨੇ। ਸਭ ਤੋਂ ਪਹਿਲਾਂ ਹੈਗਾ ਚੰਕਿੰਗ ਮੈਥਡ। ਚੰਕਿੰਗ ਮੈਥਡ, ਚੰਕ ਵਰਡ ਦਾ ਮਤਲਬ ਕੋਈ ਦੱਸ ਸਕਦਾ ਚੈਟ ਵਿੱਚ ਜਾਂ ਬੋਲ ਕੇ? ਚੰਕ ਵਰਡ ਦਾ ਮਤਲਬ ਕੀ ਹੁੰਦਾ? ਚੰਕ ਹੁੰਦਾ ਹੈ ਜਦੋਂ ਮੈਂ ਕੋਈ ਵੱਡੀ ਸਾਰੀ ਚੀਜ਼ ਨੂੰ ਮੈਂ ਛੋਟੇ ਪਾਰਟਸ ਵਿੱਚ ਡਿਵਾਈਡ ਕਰਦਾ ਨਾ, ਉਹਦੇ ਇੱਕ ਪਾਰਟ ਨੂੰ ਕਹਿੰਦੇ ਨੇ ਚੰਕ। ਹੁਣ ਚੰਕਿੰਗ ਮੈਥਡ ਵਿੱਚ ਆਪਾਂ ਕੀ ਕਰਾਂਗੇ, ਤੁਹਾਨੂੰ ਸਕਰੀਨ ਤੇ ਜਾਂ ਪੀਪੀਟੀ ਵਿੱਚ ਇੱਕ ਨੰਬਰ ਦਿਖ ਰਿਹਾ ਹੋਏਗਾ 194719492004। ਹੁਣ ਮੈਂ ਤੁਹਾਨੂੰ ਕਹਾਂਗੀ ਤੁਸੀਂ ਮੈਨੂੰ 3 ਸੈਕਿੰਡ ਦੇ ਵਿੱਚ ਇਹ ਨੰਬਰ ਯਾਦ ਕਰਕੇ ਦਿਖਾਓ, ਕੋਈ ਨਹੀਂ ਕਰ ਪਾਏਗਾ, ਮੈਂ ਖੁਦ ਨਹੀਂ ਕਰ ਪਾਵਾਂਗੀ, ਕਿਉਂਕਿ ਸਾਡੀ ਮੈਮਰੀ ਦੀ ਲਿਮਿਟ ਜਿਹੜੀ ਹੈ ਉਹ 5 to 7 ਲੈਟਰਸ ਦੀ ਹੈ। ਕਿ ਮੈਂ ਸਿਰਫ ਜਾਂ ਨੰਬਰਸ ਦੀ ਹੈ, ਸਿਰਫ ਮੈਂ 5 to 7 ਨੰਬਰਸ ਯਾਦ ਕਰ ਸਕਦੀ ਹਾਂ ਇੱਕ ਟਾਈਮ ਤੇ। ਜਦੋਂ ਹੁਣ ਸਾਡੇ ਕੋਲ ਇੰਨੇ ਸਾਰੇ ਨੰਬਰਸ ਇਕੱਠੇ ਆਉਣ ਤੇ ਅਸੀਂ ਉਹਨਾਂ ਨੂੰ ਲਰਨ ਕਰਨਾ ਹੋਏ ਤੇ ਕਿਵੇਂ ਕਰਾਂਗੇ ਆਪਾਂ? ਮੈਂ ਇਹਨਾਂ ਨੂੰ ਨਾ ਡਿਵਾਈਡ ਕਰ ਲਿਆ, ਪਹਿਲਾਂ 1947। ਹੁਣ ਮੈਂ 1947 ਨੂੰ ਰਿਲੇਟ ਕੀਤਾ ਕਿ ਅੱਛਾ 1947 ਨੂੰ ਕੀ ਹੋਇਆ ਸੀ? ਇੰਡੀਆ ਇੰਡੀਪੈਂਡੈਂਟ ਹੋਇਆ ਸੀ। ਮੈਨੂੰ ਐਵੇਂ ਕਰਕੇ ਯਾਦ ਹੋ ਗਿਆ, ਮਤਲਬ ਪਹਿਲਾ ਕੰਬੀਨੇਸ਼ਨ ਮੇਰਾ ਹੋ ਗਿਆ ਜਾਂ ਪਹਿਲਾ ਚੰਕ ਮੇਰਾ ਹੋ ਗਿਆ 1947। ਅਗਲਾ ਮੇਰਾ ਹੈਗਾ 1949। ਹੁਣ ਮੈਨੂੰ ਪਤਾ ਹੈ ਕਿ ਇਸ ਦਿਨ ਕਨਸਟੀਟਿਊਸ਼ਨ ਅਡਾਪਟ ਹੋਇਆ ਸੀ, ਸਾਡਾ ਕਨਸਟੀਟਿਊਸ਼ਨ ਇਸ ਦਿਨ ਬਣਿਆ ਸੀ। ਤੇ 1949 ਨੂੰ ਮੈਂ ਇਹਦੇ ਨਾਲ ਰਿਲੇਟ ਕਰ ਲਿਆ। ਮੇਰੇ ਦੋ ਚੰਕਸ ਬਣ ਗਏ 1947 1949। ਉਸ ਤੋਂ ਬਾਅਦ ਮੈਂ ਦੇਖਿਆ ਕਿ 2004
2004 ਨੂੰ ਮੈਂ ਚਾਹੇ ਯਾਦ ਕਰ ਲਾਂ ਕਿ ਇਸ ਦਿਨ ਸੁਨਾਮੀ ਆਈ ਸੀ, ਇਸ ਦਿਨ ਇਸ ਸਾਲ ਵਿੱਚ ਮੈਂ ਪੈਦਾ ਹੋਈ ਸੀ, ਜਾਂ ਕੋਈ ਵੀ ਹੋਰ ਕੋਈ ਵੀ ਇਵੈਂਟ ਨਾਲ ਅਸੀਂ ਰਿਲੇਟ ਕਰ ਸਕਦੇ ਹਾਂ। ਹੁਣ ਐਵੇਂ ਕਰਕੇ ਮੈਨੂੰ ਫਟਾਫਟ ਯਾਦ ਹੋ ਜਾਏਗਾ ਕਿ 1947 ਆ ਗਿਆ ਪਹਿਲਾਂ, ਉਸ ਤੋਂ ਬਾਅਦ 1949 ਆ ਗਿਆ, ਉਸ ਤੋਂ ਬਾਅਦ 2004 ਆ ਗਿਆ। ਐਵੇਂ ਇਹ ਪੂਰਾ ਨੰਬਰ ਅਸੀਂ ਕੁਝ ਸੈਕਿੰਡ ਵਿੱਚ ਹੀ ਯਾਦ ਕਰ ਸਕਦੇ ਹਾਂ। ਇਹ ਜਦੋਂ ਹੁਣ ਜਿਵੇਂ ਆਪਾਂ ਇੱਥੇ ਰਿਲੇਟ ਕੀਤਾ ਨਾ ਕਿ 1947 ਇਹਦੇ ਨਾਲ ਰਿਲੇਟਡ ਹੈ ਹਨਾ, ਇੰਡੀਪੈਂਡੈਂਸ ਨਾਲ ਜਾਂ ਕਿਸੇ ਹੋਰ ਇਵੈਂਟ ਨਾਲ ਰਿਲੇਟਡ ਹੈ, ਤੇ ਇਹ ਵੈਸੇ ਵੀ ਅਸੀਂ ਬਹੁਤ ਜਗ੍ਹਾ ਤੇ ਯੂਜ਼ ਕਰ ਸਕਦੇ ਹਾਂ। ਹੁਣ ਜਿਵੇਂ ਤੁਸੀਂ ਵੱਡੀਆਂ ਕਲਾਸਾਂ ਵਿੱਚ ਜਾਓਗੇ ਹਨਾ, ਕਈ ਬੱਚੇ ਹਿਸਟਰੀ ਪੜ੍ਹਦੇ ਨੇ, ਕਈ ਪੋਲੀਟੀਕਲ ਸਾਇੰਸ ਪੜ੍ਹਦੇ ਨੇ, ਤੇ ਉਹਦੇ ਵਿੱਚ ਬਹੁਤ ਸਾਰੀਆਂ ਡੇਟਸ ਯਾਦ ਕਰਨ ਲਈ ਹੁੰਦੀਆਂ ਨੇ, ਤੇ ਉਹਨਾਂ ਨੂੰ ਅਗਰ ਅਸੀਂ ਐਵੇਂ ਹੀ ਯਾਦ ਕਰ ਲੈਣਾ ਨਾ ਰੈਂਡਮਲੀ ਕਿ ਚਲੋ ਇੱਕ ਵਾਰੀ ਪੜ੍ਹ ਲਿਆ, ਉਸ ਟਾਈਮ ਤਾਂ ਦਿਮਾਗ 'ਚ ਰਹਿ ਜਾਂਦੀ ਹੈ, ਪਰ ਥੋੜੇ ਟਾਈਮ ਬਾਅਦ ਹੀ ਉਹ ਭੁੱਲ ਜਾਂਦੀ ਹੈ। ਤੇ ਅਸੀਂ ਇਹਦੇ ਵਾਸਤੇ ਕੀ ਕਰ ਸਕਦੇ ਹਾਂ, ਜੋ ਮੇਰੇ ਵਾਸਤੇ ਵੀ ਬਹੁਤ ਹੈਲਪਫੁਲ ਹੋਇਆ ਹੈ ਕਿ ਮੈਂ ਉਹਨੂੰ ਡੇਟ ਨੂੰ ਕਿਸੇ ਹੋਰ ਇਵੈਂਟ ਨਾਲ ਰਿਲੇਟ ਕਰ ਲੈਂਦੀ ਹਾਂ, ਤੇ ਉਹ ਫਿਰ ਮੈਨੂੰ ਕਾਫੀ ਲੌਂਗ ਟਰਮ ਤੱਕ ਯਾਦ ਰਹਿ ਜਾਂਦਾ ਹੈ। ਐਵੇਂ ਕਰਕੇ ਅਸੀਂ ਇੱਕ ਨਾਲ ਰਿਲੇਟ ਕਰਕੇ ਯਾਦ ਕਰ ਸਕਦੇ ਹਾਂ। ਦੂਸਰਾ, ਅਸੀਂ ਵੱਡੀ ਸਾਰੀ ਇਨਫੋਰਮੇਸ਼ਨ ਨੂੰ ਅਸੀਂ ਛੋਟੇ ਛੋਟੇ ਚੰਕਸ ਵਿੱਚ ਡਿਵਾਈਡ ਕਰਕੇ ਯਾਦ ਕਰ ਸਕਦੇ ਹਾਂ। ਹੁਣ ਸਾਡੀ ਅਗਲੀ ਹੈਗੀ ਹੈ ਫਸਟ ਲੈਟਰ ਟੈਕਨੀਕ। ਫਸਟ ਲੈਟਰ ਟੈਕਨੀਕ ਦੇ ਵਿੱਚ ਕੀ ਕਰਾਂਗੇ ਅਸੀਂ ਕਿ ਸਪੋਜ਼ ਕਿ ਮੈਂ ਕੋਈ ਵੀ ਸੈਂਟੈਂਸ ਯਾਦ ਕਰਨਾ ਹੈ, ਤੇ ਮੈਂ ਉਹਦੇ ਵਿੱਚ ਉਹਦਾ ਫਸਟ ਲੈਟਰ ਲੈ ਲਾਂਗੀ, ਮਤਲਬ ਉਹਨਾਂ ਦੇ ਵਰਡਸ ਵਿੱਚੋਂ ਫਸਟ ਲੈਟਰ ਮੈਂ ਲੈ ਲਾਂਗੀ, ਤੇ ਉਹਨਾਂ ਨੂੰ ਮੈਂ ਕਿਸੇ ਸੀਕੁਐਂਸ ਵਿੱਚ ਅਰੇਂਜ ਕਰ ਲਾਂਗੀ, ਤੇ ਉਹਨਾਂ ਦਾ ਫਿਰ ਮੈਂ ਕੋਈ ਪੈਟਰਨ ਜਾਂ ਮੈਂ ਨਾ ਕੁਛ ਵੀ ਬਣਾ ਕੇ ਫਿਰ ਮੈਂ ਉਹਨੂੰ ਯਾਦ ਕਰ ਸਕਦੀ ਹਾਂ। ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਵਿਬਗਿਓਰ ਅਸੀਂ ਕਾਮਨਲੀ ਯੂਜ਼ ਕਰਦੇ ਹਾਂ ਜਦੋਂ ਅਸੀਂ ਰੇਨਬੋ ਦੇ ਕਲਰਸ ਯਾਦ ਕਰਨੇ ਹੁੰਦੇ ਨੇ ਸੀਕੁਐਂਸ ਵਿੱਚ, ਤੇ ਉਦੋਂ ਅਸੀਂ ਮੋਸਟਲੀ ਵਰਡ ਜਿਹੜਾ ਯੂਜ਼ ਕਰਦੇ ਹਾਂ ਉਹ ਹੁੰਦਾ ਵਿਬਗਿਓਰ। ਵਿਬਗਿਓਰ ਵਿੱਚ ਵੀ ਸਾਨੂੰ ਪਤਾ ਲੱਗ ਜਾਂਦਾ ਵਿਬਗਿਓਰ ਹੈ, ਵੀ ਤੋਂ ਵਾਇਲਟ ਆ ਗਿਆ, I ਤੋਂ ਇੰਡੀਗੋ ਆ ਗਿਆ, B ਫॉर ਬਲੂ, G ਫॉर ਗ੍ਰੀਨ, Y ਫॉर yellow, O ਫॉर orange ਤੇ R ਫॉर ਰੈਡ। ਹੁਣ ਐਵੇਂ ਕਰਕੇ ਮੈਂ ਇੰਨੇ ਸਾਰੇ ਵਰਡਸ ਸਿਰਫ ਇੱਕ ਵਰਡ ਬਣਾ ਕੇ ਯਾਦ ਕਰ ਲਏ, ਐਵੇਂ ਕਰਕੇ ਮੈਨੂੰ ਭੁੱਲਣਗੇ ਵੀ ਨਹੀਂ। ਹੁਣ ਜੇ ਮੈਂ ਏਦਾਂ ਕਰਦੀ ਕਿ ਪਹਿਲਾਂ ਵਾਇਲਟ, ਫਿਰ ਇੰਡੀਗੋ, ਬਲੂ, ਗ੍ਰੀਨ, ਯੈਲੋ, ਐਵੇਂ ਤਾਂ ਮੈਨੂੰ ਫਿਰ ਹੋਰ ਕਨਫਿਊਜ਼ਨ ਹੋ ਸਕਦੀ ਸੀ ਕਿ ਪਹਿਲਾਂ ਯੈਲੋ ਆਏਗਾ ਕਿ ਪਹਿਲਾਂ ਬਲੂ ਆਏਗਾ, ਪਹਿਲਾਂ orange ਆਏਗਾ ਕਿ ਕੋਈ ਹੋਰ ਕਲਰ ਆਏਗਾ। ਫਿਰ ਜਦੋਂ ਮੈਂ ਇਹਨਾਂ ਨੂੰ ਇੱਕ ਵਰਡ ਬਣਾ ਕੇ ਜਾਂ ਕੋਈ ਵੀ ਸੀਕੁਐਂਸ ਬਣਾ ਕੇ ਯਾਦ ਕੀਤਾ, ਤੇ ਮੈਨੂੰ ਉਹ ਬੜੀ ਈਜ਼ੀਲੀ ਯਾਦ ਹੋ ਗਿਆ। ਹੁਣ ਇਹ ਜਿਹੜੇ ਸਟੂਡੈਂਟਸ ਨੇ, ਵੱਡੀਆਂ ਕਲਾਸਾਂ ਦੇ ਸਟੂਡੈਂਟਸ ਨੇ, ਉਹਨਾਂ ਵਾਸਤੇ ਟੈਕਨੀਕ ਬਹੁਤ ਹੈਲਪਫੁਲ ਹੋਏਗੀ, ਕਿਉਂਕਿ ਜਦੋਂ ਤੁਸੀਂ ਕੋਈ ਕੰਟਰੀਜ਼ ਦੇ ਨੇਮ ਯਾਦ ਕਰਨੇ ਨੇ ਨਾ, ਜਿਵੇਂ ਪੋਲੀਟੀਕਲ ਸਾਇੰਸ ਵਿੱਚ ਮੈਨੂੰ ਕਾਫੀ ਸਾਰੇ ਨੇਮਸ ਯਾਦ ਕਰਨੇ ਪੈਂਦੇ ਨੇ, ਤੇ ਉਹਨਾਂ ਨੂੰ ਯਾਦ ਅਗਰ ਮੈਂ ਰੈਂਡਮਲੀ ਕਰਾਂ ਨਾ, ਤੇ ਮੈਨੂੰ ਕਾਫੀ ਛੇਤੀ ਭੁੱਲ ਸਕਦੇ ਨੇ। ਪਰ ਮੈਂ ਕੀ ਕਰਦੀ ਹਾਂ ਕਿ ਮੈਨੂੰ ਨਾ 3 ਕੰਟਰੀਜ਼ ਦੇ ਨਾਮ ਸੀਗੇ ਕਿ ਕੋਰੀਆ ਸੀਗਾ, B ਫॉर ਬਰਲਿਨ ਸੀਗਾ, ਇੱਕ ਕੋਂਗੋ ਸੀਗਾ। ਮੈਂ ਨਾ ਇਹ 3 ਕੰਟਰੀਜ਼ ਦੇ ਨਾਮ ਯਾਦ ਕਰਨੇ ਸੀ, ਫਿਰ ਮੈਨੂੰ ਪਤਾ ਸੀ ਕਿ ਅਗਰ ਮੈਂ ਐਵੇਂ ਹੀ ਕਰਾਂਗੀ ਮੈਨੂੰ ਭੁੱਲ ਜਾਏਗਾ। ਫਿਰ ਮੈਂ ਉਹਨਾਂ ਨੂੰ KBC ਦੇ ਫਾਰਮ ਵਿੱਚ ਯਾਦ ਕਰ ਲਿਆ ਕਿ KBC ਹੈ, ਠੀਕ ਹੈ। ਫਿਰ ਮੈਨੂੰ ਨਾ ਉਹ ਹਲੇ ਤੱਕ ਯਾਦ ਹੈ, ਤੇ ਕਾਫੀ ਟਾਈਮ ਹੋ ਗਿਆ ਮੈਨੂੰ ਉਹਨੂੰ ਪੜ੍ਹੇ ਨੂੰ, ਪਰ ਮੈਨੂੰ ਉਹ ਹਲੇ ਤੱਕ ਯਾਦ ਹੈ। ਤੇ ਐਵੇਂ ਕਿਉਂ ਹੋਇਆ, ਕਿਉਂਕਿ ਜਦੋਂ ਮੈਂ ਉਹਨਾਂ ਨੂੰ ਇੱਕ ਪੈਟਰਨ ਦੇ ਵਿੱਚ ਅਰੇਂਜ ਕਰ ਲਿਆ ਨਾ, ਤੇ ਉਹਦੇ ਨਾਲ ਮੈਨੂੰ ਜ਼ਿਆਦਾ ਦੇਰ ਤੱਕ ਯਾਦ ਰਹਿ ਗਿਆ। ਹੁਣ ਇਹਦੇ ਵਿੱਚ ਅਸੀਂ pick up the first letter of each word you want to remember and arrange them to form another word or sentence. ਅਸੀਂ ਕੋਈ ਉਹਨਾਂ ਦੇ ਫਸਟ words ਚੁੱਕ ਕੇ ਕੋਈ ਵੀ ਸੈਂਟੈਂਸ ਬਣਾ ਸਕਦੇ ਹਾਂ, ਕੋਈ ਵੀ ਵਰਡ ਬਣਾ ਸਕਦੇ ਹਾਂ ਜਿਹੜਾ ਸਾਨੂੰ ਲੌਂਗ ਟਰਮ ਵਾਸਤੇ ਯਾਦ ਰਹਿ ਜਾਵੇ। ਹੁਣ ਇਹ ਸੀਗੇ ਨਿਮੋਨਿਕਸ। ਨਿਮੋਨਿਕਸ ਤੋਂ ਇਲਾਵਾ ਵੀ ਸਾਡੇ ਕੋਲ ਕੁਛ ਐਵੇਂ ਦੀਆਂ ਟੈਕਨੀਕਸ ਹੁੰਦੀਆਂ ਨੇ, ਕੁਛ ਐਵੇਂ ਦੇ ਮੈਥਡਸ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਆਪਣੀ ਮੈਮਰੀ ਇਨਕਰੀਜ਼ ਕਰ ਸਕਦੇ ਹਾਂ, ਤੇ ਉਹ ਮੈਥਡਸ ਦੇਖਦੇ ਹਾਂ ਕਿਹੜੇ ਨੇ। ਪਹਿਲਾ ਹੈਗਾ engage in deeper level processing। ਹੁਣ ਇਹ ਸਭ ਤੋਂ ਮੇਨ ਪੁਆਇੰਟ ਹੈਗਾ ਹਰ ਸਟੂਡੈਂਟ ਲਈ, ਇਹ ਸਭ ਤੋਂ ਮੇਨ ਪੁਆਇੰਟ ਹੈ, ਕਿਉਂਕਿ ਜਦ ਤੱਕ ਅਸੀਂ ਕਿਸੇ ਵੀ ਚੀਜ਼ ਨੂੰ ਡੀਪਲੀ ਨਹੀਂ ਪੜਾਂਗੇ, ਸਿਰਫ ਇੱਕ ਰੋਟ ਲਰਨਿੰਗ ਕਰਾਂਗੇ ਜਾਂ ਸਰਫੇਸ ਲਰਨਿੰਗ ਕਰਾਂਗੇ, ਤੇ ਉਹ ਮੈਨੂੰ ਫਿਰ ਛੇਤੀ ਭੁੱਲ ਜਾਏਗਾ, ਮੈਨੂੰ ਉਹ ਜ਼ਿਆਦਾ ਦੇਰ ਤੱਕ ਨਹੀਂ ਯਾਦ ਰਹੇਗਾ। ਹੁਣ ਡੀਪਰ ਲੈਵਲ ਪ੍ਰੋਸੈਸਿੰਗ ਦਾ ਮਤਲਬ ਕੀ ਹੈ?
It involves asking as many questions related to the information as possible, considering its meaning and examining its relation with the facts you already know. ਹੁਣ ਮੈਂ ਮਤਲਬ ਇਹਦੇ ਵਿੱਚ ਮੇਨਲੀ ਅਸੀਂ ਕੀ ਕਰਨਾ ਹੈ, ਸਪੋਜ਼ ਤੁਸੀਂ ਕੋਈ ਕੰਟੈਂਟ ਲਿਆ, ਕੰਟੈਂਟ ਚੋਂ ਜਿੰਨੇ ਕੁਐਸਚਨਸ ਤੁਹਾਨੂੰ ਹੁੰਦੇ ਨੇ ਨਾ, ਜਿੰਨੇ ਕੁਐਸਚਨਸ ਤੁਸੀਂ ਬਣਾ ਸਕਦੇ ਹੋ ਉਨੇ ਬਣਾ ਲਓ। ਜਦੋਂ ਮੈਂ ਕੋਈ ਵੀ ਚੀਜ਼ ਪੜ੍ਹਦੀ ਹਾਂ, ਕੋਈ ਵੀ ਸਬਜੈਕਟ ਪੜ੍ਹਦੀ ਹਾਂ, ਤਾਂ ਮੈਨੂੰ ਕਾਫੀ ਜ਼ਿਆਦਾ ਡਾਊਟਸ ਹੁੰਦੇ ਨੇ, ਬਹੁਤ ਸਾਰੇ ਡਾਊਟਸ ਹੁੰਦੇ ਨੇ ਮੈਨੂੰ, ਤੇ ਮੈਂ ਉਹ ਸਾਰਿਆਂ ਨੂੰ ਨਾ ਇੱਕ ਜਗ੍ਹਾ ਨੋਟ ਕਰ ਲੈਂਦੀ ਹਾਂ। ਫਿਰ ਮੈਂ ਜਾਂ ਆਪਣੇ ਟੀਚਰਸ ਨੂੰ ਪੁੱਛ ਲੈਂਦੀ ਹਾਂ, ਆਪਣੇ ਵੀਰੇ ਨੂੰ ਪੁੱਛ ਲੈਂਦੀ ਹਾਂ, ਐਵੇਂ ਕਰਕੇ ਮੇਰੇ ਸਾਰੇ ਡਾਊਟਸ ਕਲੀਅਰ ਹੋ ਜਾਂਦੇ ਨੇ। ਤੇ ਏਦਾਂ ਕਰਕੇ ਮੈਂ ਬੜੇ ਡੀਪਰ ਲੈਵਲ ਮਤਲਬ ਡੀਪਲੀ ਕਿਸੇ ਵੀ ਕੰਟੈਂਟ ਨੂੰ ਯਾਦ ਕਰ ਲੈਂਦੀ ਹਾਂ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ, ਉਹਦਾ ਮੀਨਿੰਗ ਪਤਾ ਹੋਣਾ ਚਾਹੀਦਾ ਹੈ। ਕੋਈ ਵੀ ਕੰਟੈਂਟ ਅਗਰ ਮੈਂ ਪੜ੍ਹ ਰਹੀ ਹਾਂ, ਮੈਨੂੰ ਉਹਦਾ ਮੀਨਿੰਗ ਪਤਾ ਹੋਣਾ ਚਾਹੀਦਾ ਹੈ। ਜਦ ਤੱਕ ਮੈਨੂੰ ਉਹਦਾ ਮੀਨਿੰਗ ਨਹੀਂ ਪਤਾ ਹੋਏਗਾ, ਉਦੋਂ ਤੱਕ ਮੈਂ ਉਹਨੂੰ ਲੌਂਗ ਟਰਮ ਵਾਸਤੇ ਨਹੀਂ ਯਾਦ ਰੱਖ ਸਕਦੀ। ਹੁਣ ਛੋਟੀਆਂ ਕਲਾਸਿਸ ਵਿੱਚ ਮੋਸਟਲੀ ਐਵੇਂ ਹੁੰਦਾ ਹੈ ਕਿ ਬੱਚਾ ਸਿਰਫ ਇੱਕ ਵਾਰੀ ਮਤਲਬ ਜੋ ਟੀਚਰ ਨੇ ਲਿਖਵਾਤਾ ਉਹ ਯਾਦ ਕਰ ਲੈਂਦਾ ਹੈ, ਪਰ ਉਹੀ ਚੀਜ਼ਾਂ ਉਹਨੂੰ ਫਿਰ ਵੱਡੇ ਹੋ ਕੇ ਭੁੱਲ ਜਾਂਦੀਆਂ ਨੇ। ਇਸ ਕਰਕੇ ਉਹ ਇੱਕ ਟਾਈਪ ਦੀ ਰੋਟ ਲਰਨਿੰਗ ਹੈ। ਰੋਟ ਲਰਨਿੰਗ ਨਾਲ ਸਾਨੂੰ ਸ਼ਾਰਟ ਟਰਮ ਵਾਸਤੇ ਤਾਂ ਯਾਦ ਰਹਿ ਜਾਏਗਾ, ਬਟ ਲੌਂਗ ਟਰਮ ਵਾਸਤੇ ਨਹੀਂ ਯਾਦ ਰਹੇਗਾ। ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ, ਐਗਜ਼ਾਮਿਨਿੰਗ ਇਟਸ ਰਿਲੇਸ਼ਨ ਵਿਦ ਦੀ ਫੈਕਟਸ ਯੂ ਆਲਰੇਡੀ ਨੋ। ਹੁਣ ਅਸੀਂ ਉਹਦਾ ਰਿਲੇਸ਼ਨ ਦੇਖਣਾ ਹੈ ਜਿਹੜੇ ਫੈਕਟਸ ਮੈਨੂੰ ਪਹਿਲਾਂ ਤੋਂ ਹੀ ਪਤਾ ਨੇ। ਸਪੋਜ਼ ਮੈਂ ਮੈਥਸ ਦਾ ਕੋਈ ਕੁਐਸਚਨ ਸੋਲਵ ਕਰ ਰਹੀ ਹਾਂ, ਉਹਦੇ ਵਿੱਚ ਕੋਈ ਫਾਰਮੂਲਾ ਲੱਗਣਾ ਹੈ ਜਿਹੜਾ ਸ਼ਾਇਦ ਮੈਨੂੰ ਇਸ ਟਾਈਮ ਦਿਮਾਗ 'ਚ ਨਹੀਂ ਆ ਰਿਹਾ, ਤੇ ਮੈਂ ਕੀ ਕਰੂੰਗੀ, ਮੈਂ ਕੁਐਸਚਨ ਨੂੰ ਪੂਰੇ ਡੀਪਲੀ ਦੇਖਾਂਗੀ। ਉਸ ਤੋਂ ਬਾਅਦ ਮੈਂ ਦੇਖੂੰਗੀ ਕਿ ਉਹਦੇ ਵਿੱਚ ਕਿਹੜਾ ਫਾਰਮੂਲਾ ਯੂਜ਼ ਹੋਣਾ ਹੈ, ਤੇ ਉਹ ਫਾਰਮੂਲਾ ਮੈਨੂੰ ਪਤਾ ਹੈ ਜਾਂ ਮੈਨੂੰ ਨਹੀਂ ਪਤਾ, ਜਾਂ ਮੈਂ ਕੋਈ ਹੋਰ ਸੋਰਸ ਤੋਂ ਦੇਖਾਂ, ਤਾਂ ਉਵੇਂ ਕਰਕੇ ਮੈਂ ਉਹ ਕੁਐਸਚਨ ਨੂੰ ਸੋਲਵ ਕਰਾਂਗੀ। ਤੇ ਜਦੋਂ ਇੱਕ ਵਾਰੀ ਮੈਂ ਉਹ ਕੁਐਸਚਨ ਨੂੰ ਸੋਲਵ ਕਰਾਂਗੀ ਤੇ ਉਹ ਜ਼ਿਆਦਾ ਟਾਈਮ ਤੱਕ ਮੇਰੇ ਦਿਮਾਗ 'ਚ ਰਹੇਗਾ, ਕਿਉਂਕਿ ਅਸੀਂ ਉਹਨੂੰ ਡੀਪਲੀ ਸਮਝਿਆ ਹੋਇਆ, ਅਸੀਂ ਉਹਦਾ ਪੂਰਾ ਕਨਸੈਪਟ ਸਮਝਿਆ ਹੋਇਆ। ਤੇ ਇਸ ਕਰਕੇ ਅਸੀਂ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਪੜ੍ਹਦੇ ਹਾਂ, ਅਸੀਂ ਉਹਨੂੰ ਬੜੇ ਡੀਪਲੀ ਪੜ੍ਹਨਾ ਹੈ, ਬਿਲਕੁਲ ਸਮਝ ਕੇ ਪੜ੍ਹਨਾ ਹੈ। ਇਹ ਨਹੀਂ ਕਿ ਸਿਰਫ ਇੱਕ ਵਾਰੀ ਪੜ੍ਹ ਲਿਆ, ਤੇ ਮਤਲਬ ਇੱਕ ਵਾਰੀ ਪੜ੍ਹ ਲਿਆ ਤੇ ਉਹ ਤੁਹਾਨੂੰ ਮੋਸਟ ਪ੍ਰੋਬੇਬਲੀ 9 days ਤੱਕ ਇਹ ਸਾਈਕੋਲੋਜਿਕਲ ਪ੍ਰੂਫਡ ਫੈਕਟ ਹੈਗਾ ਕਿ ਜਦੋਂ ਤੁਸੀਂ ਕੋਈ ਵੀ ਕੰਟੈਂਟ ਯਾਦ ਕਰਦੇ ਹੋ ਤੇ ਉਹ ਤੁਹਾਨੂੰ 9 days ਬਾਅਦ ਉਹ ਭੁੱਲ ਜਾਂਦਾ ਹੈ। ਪਰ ਜਦੋਂ ਤੁਸੀਂ ਉਹਨੂੰ ਡੀਪਲੀ ਬਾਰ-ਬਾਰ ਪੜ੍ਹੋਗੇ, ਇੱਕ ਵਾਰ ਤੁਸੀਂ ਪੜ੍ਹਿਆ, ਤੁਹਾਨੂੰ ਥੋੜ੍ਹਾ ਬਹੁਤ ਸਮਝ ਆਇਆ, ਦੂਸਰੀ ਵਾਰ ਪੜ੍ਹਿਆ ਤੁਹਾਨੂੰ ਹੋਰ ਡੀਪਲੀ ਸਮਝ ਆ ਗਿਆ, ਤੀਸਰੀ ਵਾਰ ਹੋਰ ਜ਼ਿਆਦਾ ਡੀਪਲੀ ਆ ਗਿਆ ਸਮਝ, ਤੇ ਐਵੇਂ ਕਰਕੇ ਤੁਹਾਨੂੰ ਉਹ ਛੇਤੀ ਨਹੀਂ ਭੁੱਲੇਗਾ। ਇਹਦੇ ਨਾਲ ਮੇਰੇ ਖੁਦ ਦੇ ਕਾਫੀ ਐਕਸਪੀਰੀਅੰਸਿਸ ਨੇ, ਜਿਵੇਂ ਜਦੋਂ ਮੇਰੇ ਐਗਜ਼ਾਮਸ ਤੋਂ 1 ਮਹੀਨਾ ਪਹਿਲਾਂ ਨਾ ਮੈਂ ਆਪਣੀ ਪ੍ਰੀਪਰੇਸ਼ਨ ਸਟਾਰਟ ਕਰ ਦਿੰਦੀ ਹਾਂ, ਤੇ ਮੈਨੂੰ ਐਂਡ ਤੱਕ ਨਾ ਮੈਨੂੰ ਐਵੇਂ ਲੱਗਦਾ ਮੈਨੂੰ ਸਭ ਕੁਝ ਭੁੱਲ ਗਿਆ। ਹੁਣ ਐਵੇਂ ਕਿਉਂ ਹੁੰਦਾ, ਕਿਉਂਕਿ 9 days ਬਾਅਦ ਇਨਫੋਰਮੇਸ਼ਨ ਭੁੱਲਣੀ ਸ਼ੁਰੂ ਹੋ ਜਾਂਦੀ ਹੈ, ਤੇ ਜੇ ਅਸੀਂ ਉਹਨੂੰ ਦੁਬਾਰਾ ਰਿਵਾਈਜ਼ ਨਹੀਂ ਕਰਾਂਗੇ ਫਿਰ ਉਹ ਐਂਡ ਤੱਕ ਬਿਲਕੁਲ ਹੀ ਭੁੱਲ ਜਾਏਗੀ। ਹੁਣ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਕਿ ਮਿਨੀਮਾਈਜ਼ ਇੰਟਰਫੇਰੈਂਸ ਮਿਨੀਮਾਈਜ਼ ਕਰਨਾ, ਮਤਲਬ ਕਿ ਜੋ ਵੀ ਚੀਜ਼ਾਂ ਮੇਰੀ ਲਰਨਿੰਗ ਦੇ ਵਿੱਚ ਜਾਂ ਮੇਰੀ ਜੋ ਵੀ ਮੈਂ ਮੈਮਰੀ ਦੇ ਵਿੱਚ ਪਾ ਰਹੀ ਹਾਂ, ਰਿਟੇਨ ਕਰ ਰਹੀ ਹਾਂ, ਉਹਦੇ ਵਿੱਚ ਇੰਟਰਫੇਅਰ ਕਰਦਾ, ਮੈਂ ਉਹਨੂੰ ਰੋਕਣਾ ਹੈ। Arrange your study in such a way that you do not learn similar subjects one after the other. ਹੁਣ ਇਹ ਮੋਸਟਲੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਉਹ ਨਾ ਹਿੰਦੀ ਤੇ ਪੰਜਾਬੀ ਇਕੱਠੇ ਪੜ੍ਹ ਲੈਂਦੇ ਨੇ, ਬਾਅਦ ਵਿੱਚ ਉਹ ਚੈਪਟਰਸ ਮਿਕਸ ਕਰ ਦੇਣਗੇ, ਜਾਂ ਫਿਰ ਉਹ ਉਸ ਤੋਂ ਬਾਅਦ ਕੋਈ ਹੋਰ ਵਰਡਸ ਮਿਕਸ ਕਰ ਦੇਣਗੇ। ਜਾਂ ਸਪੋਜ਼ ਤੁਸੀਂ ਮੈਥ ਦਾ ਇੱਕ ਚੈਪਟਰ ਪੜ੍ਹਿਆ, ਉਸ ਤੋਂ ਬਾਅਦ ਤੁਸੀਂ ਦੂਸਰਾ ਚੈਪਟਰ ਨਾਲ ਹੀ ਸਟਾਰਟ ਕਰਤਾ, ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਕਨਸੈਪਟਸ ਮਿਕਸ ਜੇ ਹੋ ਜਾਣਗੇ। ਕਿਉਂਕਿ ਦੇਖ ਮੈਂ ਪੜ੍ਹਿਆ ਸੀਗਾ ਕਿਤੇ ਕਿ ਜਦੋਂ ਅਸੀਂ ਕੁਛ ਯਾਦ ਕਰਦੇ ਹਾਂ, ਉਸ ਟਾਈਮ ਤਾਂ ਸਾਨੂੰ ਪ੍ਰੋਬਲਮ ਨਹੀਂ ਆਉਂਦੀ, ਪਰ ਜਦੋਂ ਅਸੀਂ ਇਨਫੋਰਮੇਸ਼ਨ ਨੂੰ ਰਿਕਾਲ ਕਰਨਾ ਹੁੰਦਾ ਹੈ, ਬਾਹਰ ਕੱਢਣਾ ਹੁੰਦਾ ਹੈ, ਤਾਂ ਉਦੋਂ ਪ੍ਰੋਬਲਮ ਆਉਂਦੀ। ਉਦੋਂ ਸਾਰੀਆਂ ਇਨਫੋਰਮੇਸ਼ਨ ਜੋ ਅਸੀਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਉਹ ਸਾਰੀਆਂ ਮਿਕਸ ਹੋ ਜਾਂਦੀਆਂ ਨੇ। ਇਸ ਕਰਕੇ ਇਹ ਮੈਥਡ ਬਹੁਤ ਇੰਪੋਰਟੈਂਟ ਹੈਗਾ, ਤਾਂ ਕਿ ਅਸੀਂ ਆਪਣੀ ਅਲੱਗ-ਅਲੱਗ ਪੂਰੇ ਸਿਸਟਮੈਟਿਕ ਮੈਨਰ ਨਾਲ ਅਸੀਂ ਆਪਣਾ ਸਟੱਡੀ ਮਟੀਰੀਅਲ ਅਰੇਂਜ ਕਰੀਏ। ਹੁਣ ਸਭ ਤੋਂ ਇੰਪੋਰਟੈਂਟ ਪੁਆਇੰਟ ਇਹਦਾ ਕੀ ਹੈ ਕਿ ਅਸੀਂ ਆਪਣੇ ਸਿਮਿਲਰ ਸਬਜੈਕਟਸ ਇਕੱਠੇ ਨਹੀਂ ਪੜ੍ਹਨੇ।
मतलब हिंदी तो बाਅਦ ਤੁਸੀਂ ਮੈਥਸ ਪੜ੍ਹ ਸਕਦੇ ਹੋ, ਫਿਰ ਸਾਇੰਸ ਪੜ੍ਹ ਸਕਦੇ ਹੋ, ਪਰ ਇਕੱਠੇ ਨਾ ਪੜ੍ਹੋ ਕੋਈ ਸਿਮਿਲਰ ਸਬਜੈਕਟਸ ਜਾਂ ਚੈਪਟਰਸ। Instead, pick up some other subject unrelated to the previous one. ਪਰ ਤੁਸੀਂ ਕੀ ਕਰੋ, ਤੁਸੀਂ ਅਨਰਿਲੇਟਡ ਸਬਜੈਕਟ ਚੁੱਕੋ, ਜਿਵੇਂ ਮੈਥਸ ਤੋਂ ਬਾਅਦ ਸਾਇੰਸ ਚੁੱਕ ਲਿਆ, ਦੋਨੋਂ ਅਨਰਿਲੇਟਡ ਨੇ। ਇਹਦੇ ਨਾਲ ਤੁਹਾਡੀ ਰਿਕਾਲਿੰਗ ਦੇ ਟਾਈਮ ਤੇ ਚੀਜ਼ਾਂ ਮਿਕਸਅਪ ਨਹੀਂ ਹੋਣਗੀਆਂ, ਬਲਕਿ ਅਲੱਗ-ਅਲੱਗ ਰਹਿਣਗੀਆਂ। ਤੁਹਾਨੂੰ ਰਿਕਾਲਿੰਗ ਵਿੱਚ ਵੀ ਈਜ਼ੀ ਹੋਏਗਾ। ਹੁਣ ਜਿਹੜਾ ਸਾਡਾ ਥਰਡ ਤੇ ਲਾਸਟ ਮੈਥਡ ਹੈਗਾ, ਉਹ ਹੈਗਾ PQRST ਮੈਥਡ। ਇਹ ਸਭ ਤੋਂ ਜ਼ਿਆਦਾ ਇੰਟਰਸਟਿੰਗ ਮੈਥਡ ਹੈ। ਤੇ ਜਿਵੇਂ ਆਪਾਂ ਪਿਛਲੇ ਉਹ ਕੀਤਾ ਸੀ ਫਸਟ ਲੈਟਰ ਟੈਕਨੀਕ, ਉਹ ਇਹਦੀ ਇੱਕ ਐਗਜ਼ਾਮਪਲ ਹੈ। ਮਤਲਬ ਅਸੀਂ ਇਹਨੂੰ ਵੀ ਉਵੇਂ ਹੀ ਅਰੇਂਜ ਕੀਤਾ, P for preview, Q for question, R for read, S for self recitation, T for test। ਹੁਣ ਇਹ ਐਕਰੋਨੀਅਮ ਹੈ ਤੇ ਉਹਨੂੰ ਅਸੀਂ ਅਰੇਂਜ ਕੀਤਾ PQRST ਟੈਕਨੀਕ ਤੇ ਨਾਮ ਦੇ। ਤੇ ਹੁਣ ਇਹ ਦੱਸਦਾ ਹੈ ਕਿ ਅਸੀਂ ਆਪਣਾ ਸਟੱਡੀ ਮਟੀਰੀਅਲ ਕਿਵੇਂ ਅਰੇਂਜ ਕਰਨਾ ਹੈ, ਅਸੀਂ ਆਪਣਾ ਕੋਈ ਵੀ ਕੰਟੈਂਟ ਕਿਵੇਂ ਪੜ੍ਹਨਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਪ੍ਰੀਵਿਊ। ਪ੍ਰੀਵਿਊ ਦੇ ਵਿੱਚ ਪ੍ਰੀਵਿਊ ਦਾ ਮਤਲਬ ਕੀ ਹੈ ਕਿ ਅਸੀਂ ਆਪਣਾ ਜੋ ਵੀ ਮੇਰੇ ਕੋਲ ਕੰਟੈਂਟ ਹੈ, ਮੈਂ ਉਹਨੂੰ ਇੱਕ ਵਾਰੀ ਦੇਖ ਲਾਂ, ਇੱਕ ਵਾਰੀ ਸਿੰਪਲੀ ਰੀਡਿੰਗ ਮਾਰ ਲਾਂ ਉਹਦੀ। ਮਤਲਬ ਇੱਥੇ ਸਭ ਤੋਂ ਪਹਿਲੇ ਸਟੈਪ 'ਚ ਹੀ ਅਸੀਂ ਡੀਪਰ ਲੈਵਲ ਪ੍ਰੋਸੈਸਿੰਗ ਵਿੱਚ ਨਹੀਂ ਜਾਣਾ, ਅਸੀਂ ਸਭ ਤੋਂ ਪਹਿਲਾਂ ਉਹਨੂੰ ਪ੍ਰੀਵਿਊ ਕਰਨਾ ਹੈ, ਮਤਲਬ ਇੱਕ ਵਾਰੀ ਉੱਪਰੋਂ ਰੀਡਿੰਗ ਲੈਣੀ ਹੈ। ਇਹਦੇ ਨਾਲ ਕੀ ਹੋਏਗਾ, ਮੈਨੂੰ ਕੰਟੈਂਟ ਦਾ ਇੱਕ ਆਈਡੀਆ ਹੋ ਜਾਏਗਾ ਕਿ ਕੰਟੈਂਟ ਦੇ ਵਿੱਚ ਕੀ ਕੀ ਦਿੱਤਾ ਹੋਇਆ ਹੈ, ਤੇ ਇਹਨਾਂ 'ਚੋਂ ਕਿੰਨੀ ਕੁ ਇਨਫੋਰਮੇਸ਼ਨ ਮੈਨੂੰ ਪਹਿਲਾਂ ਹੀ ਪਤਾ ਹੈ, ਕਿੰਨੀ ਕੁ ਨਿਊ ਇਨਫੋਰਮੇਸ਼ਨ ਹੈ। ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ, ਅਸੀਂ ਕੁਐਸਚਨਸ ਬਣਾਉਣੇ ਨੇ ਉਹਦੇ 'ਚੋਂ। ਹੁਣ ਮੈਂ ਇੱਕ ਵਾਰੀ ਪੜ੍ਹ ਲਿਆ ਕੋਈ ਕੰਟੈਂਟ, ਮੈਂ ਇੱਕ ਵਾਰੀ ਪੜ੍ਹਿਆ, ਉਹਦੇ 'ਚੋਂ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਇਹ ਚੀਜ਼ਾਂ ਨਹੀਂ ਆਉਂਦੀਆਂ ਜਾਂ ਇਹ ਚੀਜ਼ਾਂ 'ਚ ਮੈਨੂੰ ਡਾਊਟ ਨੇ, ਤੇ ਮੈਂ ਉਹਦੇ 'ਚੋਂ ਕੁਐਸਚਨਸ ਬਣਾ ਲਏ। ਕਿ ਸਪੋਜ਼ ਮੈਂ ਕੋਈ ਸਾਇੰਸ ਦਾ ਚੈਪਟਰ ਪੜ੍ਹਿਆ, ਮੈਨੂੰ ਉਹਦੀ ਸੈਕਿੰਡ ਥਰਡ ਲਾਈਨ ਵਿੱਚ ਪ੍ਰੋਬਲਮ ਹੈ, ਮੈਂ ਉਹਦਾ ਕੁਐਸਚਨ ਬਣਾ ਲਿਆ। ਉਸ ਤੋਂ ਬਾਅਦ ਅਗਲੇ ਪੈਰਾਗ੍ਰਾਫ ਵਿੱਚ ਪ੍ਰੋਬਲਮ ਹੈ, ਮੈਂ ਉਹਦਾ ਕੁਐਸਚਨ ਬਣਾ ਲਿਆ। ਸੋ ਐਵੇਂ ਕਰਕੇ ਅਸੀਂ ਕੁਐਸਚਨਸ ਬਣਾਉਣੇ ਹੈ। ਠੀਕ ਹੈ, ਪਹਿਲਾਂ ਅਸੀਂ ਪ੍ਰੀਵਿਊ ਕਰਨਾ, ਮਤਲਬ ਅਸੀਂ ਉੱਪਰੋਂ ਰੀਡਿੰਗ ਲੈਣੀ ਹੈ। ਉਸ ਤੋਂ ਬਾਅਦ ਅਸੀਂ ਕੁਐਸਚਨਸ ਫਰੇਮ ਕਰਨੇ ਨੇ, ਜਿਹਦੇ ਵਿੱਚ ਕੋਈ ਵੀ ਡਾਊਟ ਸਾਡੇ ਨੇ, ਕੋਈ ਵੀ ਹੋਰ ਜੋ ਚੀਜ਼ ਮੈਨੂੰ ਨਹੀਂ ਸਮਝ ਆ ਰਹੀ ਉਹ ਨੇ, ਉਹ ਸਭ ਕੁਝ ਅਸੀਂ ਇਕੱਠਾ ਲਿਖਣਾ ਹੈ ਇੱਕ ਪੇਜ ਤੇ। ਉਸ ਤੋਂ ਬਾਅਦ ਹੈ ਰੀਡ। ਹੁਣ ਇੱਥੇ ਰੀਡ ਦਾ ਕੀ ਮਤਲਬ ਹੈ, ਡੀਪਰ ਲੈਵਲ ਪ੍ਰੋਸੈਸਿੰਗ, ਮਤਲਬ ਅਸੀਂ ਪੂਰੇ ਡੀਪਲੀ ਉਹ ਕੰਟੈਂਟ ਨੂੰ ਪੜ੍ਹਨਾ ਹੈ। ਤੇ ਜਦੋਂ ਮੈਂ ਉਹਨੂੰ ਰੀਡ ਕਰਾਂਗੀ ਤੇ ਸ਼ਾਇਦ ਮਤਲਬ ਜੇ ਮੈਂ ਉਹਨੂੰ ਡਾਊਟ ਕਲੀਅਰ ਕਰਨ ਤੋਂ ਬਾਅਦ ਰੀਡ ਕਰਾਂਗੀ ਤੇ ਉਹ ਮੈਨੂੰ ਬਿਲਕੁਲ ਅੱਛੀ ਤਰ੍ਹਾਂ ਸਮਝ ਆ ਜਾਏਗਾ ਤੇ ਮੈਨੂੰ ਜ਼ਿਆਦਾ ਦੇਰ ਤੱਕ ਯਾਦ ਰਹੇਗਾ। ਹੁਣ ਸਾਡੇ ਪਹਿਲੇ 3 ਹੋ ਗਏ ਕਿ ਅਸੀਂ ਕਿਵੇਂ ਪੜ੍ਹਨਾ ਹੈ। ਸਭ ਤੋਂ ਪਹਿਲਾਂ ਅਸੀਂ ਪ੍ਰੀਵਿਊ ਕਰਨਾ ਹੈ, ਫਿਰ ਅਸੀਂ ਕੁਐਸਚਨਸ ਬਣਾਉਣੇ ਨੇ, ਫਿਰ ਅਸੀਂ ਉਹਨੂੰ ਡੀਪਲੀ ਰੀਡ ਕਰਨਾ ਹੈ। ਹੁਣ ਜਦੋਂ ਮੈਂ ਇਹ ਸਭ ਕੁਝ ਕਰ ਲਿਆ, ਉਸ ਤੋਂ ਬਾਅਦ ਮੈਂ ਕੀ ਕਰਨਾ ਹੈ, ਸੈਲਫ ਰੈਸੀਟੇਸ਼ਨ। ਸੈਲਫ ਰੈਸੀਟੇਸ਼ਨ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਮੈਂ ਆਪਣੇ ਆਪ ਨੂੰ ਸੁਣਾ ਰਹੀ ਹਾਂ ਕਿ ਅੱਛਾ ਮੈਂ ਇਹ ਪੜ੍ਹਿਆ ਤੇ ਮੈਂ ਇਹ ਆਪਣੇ ਆਪ ਨੂੰ ਸੁਣਾਤਾ, ਮੈਂ ਸੈਕਿੰਡ ਪੈਰਾਗ੍ਰਾਫ ਪੜ੍ਹਿਆ ਫਿਰ ਮੈਂ ਉਹ ਸੁਣਾਤਾ, ਐਵੇਂ ਕਰਕੇ ਇੱਕ ਵਾਰੀ ਪੂਰਾ ਦੁਬਾਰਾ ਰਿਵਾਈਜ਼ ਕਰ ਲਿਆ। ਫਿਰ ਇਹਨੂੰ ਕਹਿੰਦੇ ਨੇ ਸੈਲਫ ਰੈਸੀਟੇਸ਼ਨ। ਉਸ ਤੋਂ ਬਾਅਦ ਫਾਈਨਲੀ ਸਾਡੇ ਕੋਲ ਜੋ ਹੈ ਉਹ ਹੈਗਾ ਟੈਸਟ, ਮਤਲਬ ਅਸੀਂ ਆਪਣਾ ਸੈਲਫ ਟੈਸਟ ਲੈਣਾ ਹੈ, ਮਤਲਬ ਆਪਣੇ ਆਪ ਦਾ ਟੈਸਟ ਲੈਣਾ ਇੱਕ। ਇਹ ਇੱਕ ਵਾਰੀ ਅਸੀਂ ਇਹਨੂੰ ਇਕੱਠੇ ਦੇਖਦੇ ਹਾਂ ਕਿ ਪਹਿਲਾਂ ਮੈਂ ਇੱਕ ਵਾਰੀ ਉੱਪਰੋਂ ਦੇਖਿਆ, ਮੈਂ ਉਹਦੇ ਕੁਐਸਚਨਸ ਬਣਾਏ, ਮੈਂ ਉਹਨੂੰ ਡੀਪਲੀ ਰੀਡ ਕੀਤਾ, ਫਿਰ ਮੈਂ ਉਹਨੂੰ ਆਪਣੇ ਆਪ ਨੂੰ ਬੋਲ ਕੇ ਸੁਣਾਇਆ, ਫਿਰ ਮੈਂ ਉਹਦਾ ਇੱਕ ਆਪਣੇ ਆਪ ਦਾ ਟੈਸਟ ਲਿਆ, ਜਾਂ ਮੈਂ ਕਿਸੇ ਹੋਰ ਨੂੰ ਕਹਿਤਾ ਕਿ ਤੁਸੀਂ ਮੇਰਾ ਇਹਦਾ ਟੈਸਟ ਲੈ ਲਓ। ਐਵੇਂ ਕਰਕੇ ਜੋ ਇਨਫੋਰਮੇਸ਼ਨ ਹੈ ਸਾਨੂੰ ਕਾਫੀ ਯੂਜ਼ਫੁਲੀ ਤੇ ਕਾਫੀ ਯੂਜ਼ਫੁਲ ਹੋਏਗੀ, ਕਾਫੀ ਡੀਪਲੀ ਯਾਦ ਰਹਿ ਜਾਏਗੀ। ਤੇ ਅਸੀਂ ਇਹਨੂੰ ਔਰਲੀ ਜਾਂ ਕਿਸੇ ਵੀ ਤਰੀਕੇ ਨਾਲ ਟੈਸਟ ਆਪਣਾ ਲੈ ਸਕਦੇ ਹਾਂ, ਕਿਸੇ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਲੈ ਦਿਓ ਮੇਰਾ ਟੈਸਟ। ਇਹਦੇ ਵਿੱਚ ਥੋੜਾ ਟਾਈਮ ਵੱਧ ਜ਼ਰੂਰ ਲੱਗਦਾ ਹੈ, ਪਰ ਅਗਰ ਤੁਸੀਂ ਕਿਸੇ ਵੀ ਚੀਜ਼ ਨੂੰ ਬਿਲਕੁਲ ਅੱਛੀ ਤਰ੍ਹਾਂ ਸਮਝ ਕੇ ਕਰਨਾ ਹੈ, ਫਿਰ ਤੁਹਾਡੇ ਵਾਸਤੇ ਇਹ ਮੈਥਡ ਬੈਸਟ ਹੋਏਗਾ। ਤੇ ਇਹ ਸਾਡਾ ਸੀਗਾ PQRST ਮੈਥਡ। ਇਹਦੇ ਨਾਲ ਇਹਦੇ ਤੋਂ ਇਲਾਵਾ ਵੀ ਹੋਰ ਕਾਫੀ ਸਾਰੇ ਮੈਥਡਸ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਆਪਣੀ ਮੈਮਰੀ ਨੂੰ ਐਨਹਾਂਸ ਕਰਨ ਲਈ। ਤੇ ਜਿਵੇਂ ਕਿ ਆਪਣਾ ਟਾਈਮ ਟੇਬਲ ਉਸ ਅਕੋਰਡਿੰਗ ਬਣਾ ਲਿਆ ਕਿ ਮੈਂ ਇਹ ਚੀਜ਼ਾਂ
ਇਸ ਟਾਈਮ ਤੇ ਪੜ੍ਹਨੀਆਂ ਨੇ। ਉਸ ਤੋਂ ਬਾਅਦ ਮੈਂ ਆਪਣਾ ਰੋਜ਼ ਮੈਂ ਉਹਨੂੰ ਰਿਵਾਈਜ਼ ਕਰ ਰਹੀ ਹਾਂ ਹਰ ਚੈਪਟਰ ਨੂੰ। ਤੇ ਅਗਰ ਮੈਂ ਕਲਾਸ ਵਿੱਚ ਟੀਚਰ ਨੂੰ ਅੱਛੀ ਤਰ੍ਹਾਂ ਸੁਣ ਰਹੀ ਹਾਂ, ਉਹਦੇ ਨਾਲ ਵੀ ਮੇਰੀ ਮੈਮਰੀ ਕਾਫੀ ਐਨਹਾਂਸ ਹੋਏਗੀ, ਕਿਉਂਕਿ ਕਲਾਸਰੂਮ ਵਿੱਚ ਇੱਕ ਟੀਚਰ ਜਦੋਂ ਸਮਝਾਉਂਦੇ ਨੇ ਉਦੋਂ ਜੋ ਸਾਡੇ ਉਹਦੇ ਦਿਮਾਗ ਵਿੱਚ ਪੈਂਦਾ ਹੈ ਨਾ, ਕਿਉਂਕਿ ਅਸੀਂ ਆਡੀਓ ਨੂੰ ਬੜੀ ਛੇਤੀ ਸੁਣ ਲੈਂਦੇ ਹਾਂ, ਅਸੀਂ ਆਡੀਓ ਨੂੰ ਬੜੀ ਅੱਛੀ ਤਰ੍ਹਾਂ ਅਟੈਂਡ ਕਰ ਸਕਦੇ ਹਾਂ ਰਾਦਰ ਦੈਨ ਵਿਜ਼ੂਅਲ ਫਾਰਮ ਵਿੱਚ, ਅਗਰ ਸਾਡੇ ਕੋਲ ਕੋਈ ਇਨਫੋਰਮੇਸ਼ਨ ਹੋਏ। ਹੁਣ ਜਦੋਂ ਮੇਰੇ ਕੋਲ ਕੋਈ ਵੀ ਚੀਜ਼ ਮੈਂ ਕੰਨਾਂ ਨਾਲ ਸੁਣ ਰਹੀ ਹਾਂ ਤੇ ਉਹ ਮੇਰੇ ਦਿਮਾਗ ਵਿੱਚ ਜ਼ਿਆਦਾ ਦੇਰ ਤੱਕ ਰਹੇਗੀ। ਉਹਦੇ ਨਾਲ ਮੇਰੇ ਖਿਆਲ ਕਈਆਂ ਨਾਲ ਐਵੇਂ ਹੁੰਦਾ ਹੋਏਗਾ ਕਿ ਜਦੋਂ ਟੀਚਰ ਕੋਈ ਗੱਲ ਦੱਸਦੇ ਨੇ ਕਲਾਸ ਵਿੱਚ ਤੇ ਉਸ ਟਾਈਮ ਸ਼ਾਇਦ ਤੁਸੀਂ ਥੋੜੀ ਬਹੁਤ ਸੁਣਦੇ ਹੋ, ਹਨਾ, ਮਤਲਬ ਜ਼ਿਆਦਾ ਅਸੀਂ ਉਸ ਟਾਈਮ ਧਿਆਨ ਨਹੀਂ ਦਿੰਦੇ। ਪਰ ਸਪੋਜ਼ ਐਗਜ਼ਾਮ ਵਿੱਚ ਉਹੀ ਚੀਜ਼ ਆ ਗਈ, ਪਰ ਸਪੋਜ਼ ਤੁਹਾਨੂੰ ਥੋੜੀ ਯਾਦ ਹੈ ਕਿ ਟੀਚਰ ਨੇ ਇਹ ਪੁਆਇੰਟਸ ਦੱਸੇ ਸੀ, ਇਹ ਦੱਸਿਆ ਸੀ ਕਿ ਅਸੀਂ ਐਵੇਂ ਲਿਖਣਾ ਹੈ, ਤੇ ਉਹ ਥੋੜੀ ਇਨਫੋਰਮੇਸ਼ਨ ਵੀ ਨਾ, ਮਤਲਬ ਉਹਦੇ ਨਾਲ ਵੀ ਸਾਡਾ ਆਨਸਰ ਬਿਲਕੁਲ ਠੀਕ ਹੋ ਜਾਂਦਾ ਕਈ ਵਾਰੀ। ਤੇ ਐਵੇਂ ਟੀਚਰ ਨੂੰ ਕਲਾਸ ਵਿੱਚ ਅੱਛੀ ਤਰ੍ਹਾਂ ਸੁਣਨਾ, ਇਹ ਵੀ ਇੱਕ ਮੈਥਡ ਹੈਗਾ, ਜਾਂ ਕਹਿ ਸਕਦਾ ਇੱਕ ਟੈਕਨੀਕ ਹੈ ਜਿਹਦੇ ਨਾਲ ਅਸੀਂ ਆਪਣੀ ਮੈਮਰੀ ਨੂੰ ਐਨਹਾਂਸ ਕਰ ਸਕਦੇ ਹਾਂ। ਉਸ ਤੋਂ ਬਾਅਦ ਟਾਈਮ ਟੇਬਲ ਦੀ ਗੱਲ ਕੀਤੀ ਮੈਂ। ਟਾਈਮ ਟੇਬਲ ਵਿੱਚ ਅਸੀਂ ਕੀ ਕਰਨਾ ਹੈ ਕਿ ਅਸੀਂ ਸਿਮਿਲਰ ਸਬਜੈਕਟਸ ਇਕੱਠੇ ਨਹੀਂ ਪੜ੍ਹਨੇ, ਅਸੀਂ ਹਰ ਸਬਜੈਕਟ ਨੂੰ ਉਹਦੇ ਰਿਕੁਆਇਰਡ ਟਾਈਮ ਦੇਣਾ ਹੈ। ਹੁਣ ਮੈਥਸ, ਸਾਇੰਸ, SST ਇਹ ਸਾਰੇ ਟਾਈਮ ਕੰਜ਼ਿਊਮਿੰਗ ਸਬਜੈਕਟਸ ਨੇ, ਸਾਨੂੰ ਪਤਾ ਹੈ ਇਹਨਾਂ ਦੇ ਵੱਧ ਟਾਈਮ ਲੱਗੇਗਾ। ਹੁਣ ਇਹਨਾਂ ਨੂੰ ਮੈਂ ਅਗਰ ਥੋੜਾ ਟਾਈਮ ਦੇਵਾਂ, ਬਾਕੀ ਸਬਜੈਕਟਸ ਨੂੰ ਮੈਂ ਜ਼ਿਆਦਾ ਟਾਈਮ ਦੇ ਦਾਂ, ਫਿਰ ਉਹਦੇ ਨਾਲ ਸਾਡਾ ਬੈਲੈਂਸ ਜਿਹੜਾ ਹੈ ਉਹ ਵਿਗੜ ਜਾਏਗਾ। ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਵੇਂ ਪੰਜਾਬੀ, ਹਿੰਦੀ, ਇੰਗਲਿਸ਼ ਇਹ ਤਿੰਨੋਂ ਕਾਫੀ ਘੱਟ ਟਾਈਮ ਵਿੱਚ ਅਸੀਂ ਕਵਰ ਕਰ ਸਕਦੇ ਹਾਂ। ਮੋਸਟਲੀ ਸਟੂਡੈਂਟਸ ਤਾਂ ਐਂਡ ਤੇ ਜਾ ਕੇ ਇਹਨਾਂ ਨੂੰ ਪੜ੍ਹਦੇ ਨੇ, ਤੇ ਬਾਕੀ ਸਬਜੈਕਟ ਜਿਵੇਂ ਸਾਇੰਸ ਹੋ ਗਿਆ, SST ਹੋ ਗਿਆ, ਇਹਨਾਂ ਨੂੰ ਅਸੀਂ ਆਪਣੇ ਸ਼ੈਡਿਊਲ ਵਿੱਚ ਪੂਰਾ ਜਿੰਨਾ ਇਹਨਾਂ ਨੂੰ ਟਾਈਮ ਚਾਹੀਦਾ ਹੈ ਉਹਨਾਂ ਟਾਈਮ ਦਈਏ। ਇਹਦੇ ਨਾਲ ਇੱਕ ਤਾਂ ਐਂਡ ਤੇ ਜਾ ਕੇ ਨਾ ਕਿਓਸ ਨਹੀਂ ਹੋਏਗਾ, ਕਨਫਿਊਜ਼ਨ ਨਹੀਂ ਹੋਏਗੀ ਕਿ ਮੈਂ ਕੀ ਪੜ੍ਹਿਆ ਸੀ, ਕੀ ਪੜ੍ਹਨਾ ਰਹਿ ਗਿਆ, ਤੇ ਇਹਦੇ ਨਾਲ ਸਾਨੂੰ ਜ਼ਿਆਦਾ ਦੇਰ ਤੱਕ ਯਾਦ ਰਹੇਗਾ। ਤੇ ਇਹ ਕੁਛ ਮੈਮਰੀ ਇਨਕਰੀਜ਼ਿੰਗ ਟੈਕਨੀਕ ਸੀਗੀਆਂ। ਹੋਪ ਤੁਹਾਨੂੰ ਸਾਰਿਆਂ ਨੂੰ ਵਾਸਤੇ ਇਹ ਹੈਲਪਫੁਲ ਹੋਣਗੀਆਂ। ਹੁਣ ਅਗਰ ਕਿਸੇ ਦੇ ਕੋਈ ਕੁਐਸਚਨਸ ਨੇ ਤਾਂ ਪਲੀਜ਼ ਦੱਸ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਦੀਦੀ, ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਬਹੁਤ ਵਧੀਆ ਸੈਸ਼ਨ ਲਿਆ। ਅਤੇ ਮੈਂ ਵੀ ਨਾ ਆਪਣਾ ਇੱਕ ਦੱਸਣਾ ਚਾਹੁੰਦੀ ਸੀਗੀ ਕਿ ਪਹਿਲਾਂ ਮੈਨੂੰ ਵੀ ਬਹੁਤ ਇੱਦਾਂ ਪ੍ਰੋਬਲਮ ਆਉਂਦੀ ਸੀਗੀ ਵੀ ਜਦੋਂ ਮੈਂ ਕੋਈ ਚੀਜ਼ ਨਾ ਪੜ੍ਹਦੀ ਸੀਗੀ ਅਤੇ ਮੈਂ ਥੋੜ੍ਹੀ ਦੇਰ ਬਾਅਦ ਇੱਦਾਂ ਹੀ ਭੁੱਲ ਜਾਂਦੀ ਸੀ। ਅਤੇ ਫਿਰ ਨਾ ਜਦੋਂ ਮੈਨੂੰ ਵੀ ਮਤਲਬ ਟੈਕਨੀਕ ਬਾਰੇ ਪਤਾ ਲੱਗਿਆ ਸੀ ਵੀ ਆਪਾਂ ਇੱਦਾਂ ਚੀਜ਼ ਨੂੰ ਰਿਲੇਟ ਕਰਕੇ ਪੜ੍ਹਦੇ ਨਾ ਬਹੁਤ ਜਲਦੀ ਯਾਦ ਹੁੰਦਾ ਹੈ। ਅਤੇ ਜਿਵੇਂ ਨਾ ਇੱਕ ਵਾਰ ਮੈਂ ਸਾਇੰਸ ਦਾ ਕੋਈ ਟੋਪਿਕ ਪੜ੍ਹ ਰਹੀ ਸੀ ਅਤੇ ਉਹਦੇ ਵਿੱਚ ਨਾ ਮੈਨੂੰ ਰਿਐਕਟੀਵਿਟੀ ਸੀਰੀਜ਼ ਸੀਗੀਆਂ, ਉਹ ਨਾ ਜੋ ਸੀਰੀਜ਼ ਸੀ ਉਹ ਮੈਨੂੰ ਲਰਨ ਨਹੀਂ ਹੋ ਰਹੀਆਂ ਸੀਗੀਆਂ, ਅਤੇ ਮੈਂ ਨਾ ਉਹਦੀ ਨਾ ਇੱਕ ਸੈਂਟੈਂਸ ਬਣਾ ਲਈ। ਉਹਦੇ ਜਿਹੜੇ ਫਸਟ ਲੈਟਰ ਸੀਗੇ ਨਾ, ਮੈਨੂੰ ਬਹੁਤ ਜਲਦੀ ਉਹਨੂੰ ਮੈਨੂੰ ਹੁਣ ਤੱਕ ਯਾਦ ਨੇ। ਅਤੇ ਉਸ ਤੋਂ ਬਾਅਦ ਹੀ ਕੱਲ੍ਹ ਜਿਵੇਂ ਮੈਂ ਵੀ ਕੱਲ੍ਹ ਚੈਪਟਰ ਪੜ੍ਹ ਰਹੀ ਸੀ ਕੈਮਿਸਟਰੀ ਦਾ, ਅਤੇ ਉਹਦੇ ਵਿੱਚ ਮੈਂ ਕੋਈ ਯੂਨਿਟਸ ਮੈਨੂੰ ਲਰਨ ਕਰਨੀਆਂ ਸੀ, ਬਟ ਮੇਰੇ ਤੋਂ ਹੋਈਆਂ ਨਹੀਂ। ਅਤੇ ਫਿਰ ਬਾਅਦ ਵਿੱਚ ਜਦੋਂ ਮੈਂ ਇਹਨੂੰ ਰਿਲੇਟ ਕਰਕੇ ਪੜ੍ਹਿਆ ਤਾਂ ਮੈਨੂੰ ਬਹੁਤ ਜਲਦੀ ਯਾਦ ਹੋ ਗਿਆ। ਅਤੇ ਦੀ ਥੈਂਕ ਯੂ, ਬਹੁਤ ਵਧੀਆ ਟੋਪਿਕ ਸੀ ਤੁਹਾਡਾ, ਸੈਸ਼ਨ ਬਹੁਤ ਵਧੀਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਧੰਨਵਾਦ ਫਤਿਹ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਇਹਨਾਂ ਨੇ ਕਿਹਾ ਨਾ ਰਿਐਕਟੀਵਿਟੀ ਸੀਰੀਜ਼ ਐਵੇਂ ਕਰਕੇ ਯਾਦ ਕੀਤੀ, ਇਹ ਅਸੀਂ ਸਾਰਿਆਂ ਨੇ ਐਵੇਂ ਕਰਕੇ ਯਾਦ ਕੀਤੀ ਹੋਈ ਹੈ। ਮਤਲਬ 10th ਕਲਾਸ ਵਿੱਚ ਸਾਡੇ ਟੀਚਰਸ ਨੇ ਹੀ ਕਹਿਤਾ ਸੀ ਤੁਸੀਂ ਐਵੇਂ ਕਰਕੇ ਯਾਦ ਕਰੋਗੇ ਤਾਂ ਤੁਹਾਨੂੰ ਯਾਦ ਰਹੇਗਾ। ਮੈਨੂੰ ਹੁਣ ਤੱਕ ਕੋਈ ਯਾਦ ਹੈ। ਜਿਵੇਂ ਮੈਥਸ ਵਿੱਚ ਵੀ ਟ੍ਰਿਗਨੋਮੈਟਰੀ ਦਾ ਇੱਕ ਫਾਰਮੂਲਾ ਹੈਗਾ, ਉਹਨੂੰ ਨਾ ਸਾਨੂੰ ਐਵੇਂ ਕਰਕੇ ਯਾਦ ਕਰਵਾਇਆ ਸੀ ਕਿ ਪੰਡਿਤ ਬਦਰੀ ਪ੍ਰਸਾਦ ਐਵੇਂ ਕਰਕੇ ਕੁਛ ਯਾਦ ਕਰਵਾਇਆ ਸੀਗਾ। ਤੇ ਉਹ ਹੁਣ ਮੇਰੇ ਕੋਲ ਅੱਜ ਮੈਥਸ ਸਬਜੈਕਟ ਨਹੀਂ ਲਿਆ, ਪਰ ਮੈਨੂੰ ਨਾ ਉਹਦੇ ਕੋਈ ਵੀ ਕੁਐਸਚਨ ਆ ਜਾਏ ਨਾ, ਮੈਂ ਉਹਨੂੰ ਬੜੀ ਈਜ਼ੀਲੀ ਸੋਲਵ ਕਰ ਲੈਂਦੀ ਹਾਂ, ਕਿਉਂਕਿ ਮੈਨੂੰ ਫਾਰਮੂਲਾਜ਼ ਪਤਾ ਨੇ। ਮੈਨੂੰ ਉਹ ਦਿਮਾਗ ਵਿੱਚ ਮੇਰੇ ਚੀਜ਼ ਹੈਗੀ ਹੈ ਕਿ ਮੈਨੂੰ ਟੀਚਰ ਨੇ ਇਹ ਦੱਸਿਆ ਸੀ। ਸੋ ਇਹ ਬਹੁਤ ਹੈਲਪਫੁਲ ਹੁੰਦਾ ਹੈ। ਧੰਨਵਾਦ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਨੂੰ ਕੋਈ ਕੁਐਸਚਨ ਯਾਦ ਨਹੀਂ ਹੁੰਦਾ ਤਾਂ ਸਾਨੂੰ ਉਸਨੂੰ ਸਟੋਰੀ ਬਣਾ ਕੇ ਯਾਦ ਕਰ ਲੈਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਐਵੇਂ ਵੀ ਪੋਸੀਬਲ ਹੈ ਕਿ ਮਤਲਬ ਜਿਵੇਂ ਇੰਗਲਿਸ਼ ਦੇ ਕੋਈ ਕੁਐਸਚਨਸ ਨੇ, ਮਤਲਬ ਇੰਗਲਿਸ਼ ਅਗਰ ਮੈਨੂੰ ਨਾ ਪਹਿਲਾਂ ਇੰਗਲਿਸ਼
ਦੇ ਕੁਐਸਚਨਸ ਮੈਂ ਪਹਿਲਾਂ ਯਾਦ ਕਰਦੀ ਸੀ ਛੋਟੇ ਹੁੰਦਿਆਂ, ਤੇ ਹੁਣ ਜਦੋਂ ਮੈਂ ਵੱਡੀਆਂ ਕਲਾਸਿਸ ਵਿੱਚ ਆਈ ਤੇ ਮਤਲਬ ਇੱਕ ਵਾਰੀ ਨਾ ਸਿਰਫ ਮੈਂ ਇੱਕ ਚੈਪਟਰ ਦੀ ਰੀਡਿੰਗ ਲੈਂਦੀ ਹਾਂ, ਮਤਲਬ ਉਹਨੂੰ ਡੀਪਲੀ ਇੱਕ ਵਾਰੀ ਰੀਡ ਕਰ ਲੈਂਦੀ ਹਾਂ, ਤੇ ਉਸ ਤੋਂ ਬਾਅਦ ਕੁਐਸਚਨਸ ਤੇ ਆਨਸਰਸ ਆਪਣੇ ਆਪ ਹੀ ਯਾਦ ਹੋ ਜਾਂਦੇ ਨੇ, ਕਿਉਂਕਿ ਸਾਨੂੰ ਸਟੋਰੀ ਕਲੀਅਰ ਹੁੰਦੀ ਹੈ, ਸਾਨੂੰ ਕਨਸੈਪਟ ਕਲੀਅਰ ਹੁੰਦਾ ਹੈ। ਇਸ ਕਰਕੇ ਡੀਪਰ ਲੈਵਲ ਪ੍ਰੋਸੈਸਿੰਗ ਦਾ ਇਹੀ ਮੇਨ ਕਨਸੈਪਟ ਸੀਗਾ ਕਿ ਅਸੀਂ ਕਨਸੈਪਟ ਸਮਝਿਆ ਹੋਏ ਤੇ ਸਾਨੂੰ ਕੋਈ ਵੀ ਟਾਈਪ ਦਾ ਕੁਐਸਚਨ ਆ ਜਾਏ ਨਾ, ਅਸੀਂ ਈਜ਼ੀਲੀ ਸੋਲਵ ਕਰ ਲੈਂਦੇ ਹਾਂ ਉਹਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾ ਜੀ ਇੱਕ ਸਵਾਲ ਸੀਗਾ ਵੀ ਜਿਵੇਂ ਲੋਕ ਕਹਿੰਦੇ ਨੇ ਵੀ ਸਾਨੂੰ ਸੁਬਾਹ ਉੱਠ ਕੇ ਬਦਾਮ ਖਾਣੇ ਚਾਹੀਦੇ ਨੇ, ਇਹ ਵੱਖ-ਵੱਖ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਿਸ ਨਾਲ ਸਾਡਾ ਦਿਮਾਗ ਤੇਜ਼ ਹੋ ਸਕਦਾ, ਕੀ ਏਦਾਂ ਹੁੰਦਾ ਜੀ? ਇਹ ਮਤਲਬ ਕੁਝ ਐਕਸਟੈਂਟ ਤੱਕ ਸਾਨੂੰ ਯਾਦ ਮਤਲਬ ਉਹਦੇ ਨਾਲ ਕੀ ਹੁੰਦਾ, ਅਸੀਂ ਮੈਂਟਲੀ ਪੂਰੇ ਫਿਟ ਰਹਿੰਦੇ ਆ, ਕਿ ਮਤਲਬ ਅਗਰ ਮੈਂ ਪੂਰੀ ਪ੍ਰੋਪਰ ਡਾਈਟ ਲੈ ਰਹੀ ਹਾਂ ਤੇ ਉਹਦੇ ਨਾਲ ਮੈਂ ਆਪਣੇ ਫਿਜ਼ੀਕਲੀ ਮੈਂ ਉਹਦੇ ਨਾਲ ਫਿਟ ਰਵਾਂਗੀ, ਉਹਦੇ ਨਾਲ ਮੇਰਾ ਦਿਮਾਗ ਜ਼ਿਆਦਾ ਕੰਮ ਕਰੇਗਾ। ਤੇ ਅਗਰ ਸੁਬਾਹ ਉੱਠਣ ਦੀ ਗੱਲ ਕਰੀਏ ਕਿ ਸੁਬਾਹ ਉੱਠ ਕੇ ਅਗਰ ਮੈਂ ਯਾਦ ਕਰ ਰਹੀ ਹਾਂ ਤੇ ਮੈਂ ਖੁਦ ਜਦੋਂ ਮੇਰੇ ਐਗਜ਼ਾਮ ਹੁੰਦੇ ਨੇ ਮੈਂ 3-4 ਵਜੇ ਉੱਠ ਕੇ ਆਪਣੀ ਸਟੱਡੀ ਕਰਦੀ ਹਾਂ, ਤੇ ਉਹਦੇ ਨਾਲ ਤਾਂ ਮੈਨੂੰ ਯਾਦ ਰਹਿ ਜਾਂਦਾ ਹੈ। ਬਦਾਮਾਂ ਵਾਲੀ ਗੱਲ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇਹ ਸਾਡੀ ਫਿਜ਼ੀਕਲ ਹੈਲਥ ਵਾਸਤੇ ਇੰਪੋਰਟੈਂਟ ਹੈ। ਜਦ ਤੱਕ ਅਸੀਂ ਫਿਜ਼ੀਕਲੀ ਹੈਲਦੀ ਨਹੀਂ ਹੋਵਾਂਗੇ ਉਦੋਂ ਤੱਕ ਅਸੀਂ ਮੈਂਟਲੀ ਹੈਲਦੀ ਨਹੀਂ ਹੋ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਇੱਕ ਸੁਜੈਸ਼ਨ ਸੀ, ਮਤਲਬ ਆਪਾਂ ਕਿਸੇ ਆਪਦੇ ਨਾਲ ਕਲਾਸਮੇਟ ਦੇ ਨੂੰ ਮਤਲਬ ਉਹਨੂੰ ਸਮਝਾ ਕੇ ਵੀ ਆਪਾਂ ਜ਼ਿਆਦਾ ਟਾਈਮ ਤੱਕ ਯਾਦ ਰੱਖ ਸਕਦੇ ਹਾਂ ਜੀ। ਹਾਂਜੀ ਬਿਲਕੁਲ ਜੀ, ਇਹਦੇ ਨਾਲ ਵਾਹਿਗੁਰੂ। ਸਾਡੇ ਖੁਦ ਦੇ ਕਨਸੈਪਟਸ ਵੀ ਬਹੁਤ ਜ਼ਿਆਦਾ ਕਲੀਅਰ ਹੁੰਦੇ ਨੇ। ਹਾਂਜੀ ਜਦੋਂ ਮੈਂ ਜਦੋਂ 10th ਕਲਾਸ ਵਿੱਚ ਸੀ ਨਾ, ਉਦੋਂ ਮੈਂ ਤੇ ਮੇਰੀਆਂ ਕੁਝ ਫਰੈਂਡਸ ਨਾ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਮਤਲਬ ਕਲਾਸ ਵਿੱਚ ਅਗਰ ਕੋਈ ਫ੍ਰੀ ਪੀਰੀਅਡ ਹੁੰਦਾ ਸੀ ਨਾ ਤੇ ਮੈਂ ਹਿਸਟਰੀ ਵਿੱਚ ਅੱਛੀ ਸੀ, ਮਤਲਬ ਮੈਂ ਉਹਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਹਿਸਟਰੀ ਦਾ ਇਹ ਚੈਪਟਰ ਕਰਵਾ ਦਿੰਦੀ ਹਾਂ, ਤੇ ਐਵੇਂ ਕਰਕੇ ਮੇਰੇ ਖੁਦ ਦੇ ਕਨਸੈਪਟ ਇੰਨੇ ਕਲੀਅਰ ਹੋ ਗਏ ਐਂਡ ਤੱਕ ਆਉਂਦਿਆਂ, ਤੇ ਉਹਨੇ ਕਰਕੇ ਮੇਰਾ ਸਕੋਰ ਵੀ ਕਾਫੀ ਅੱਛਾ ਸੀ। ਦੂਜਿਆਂ ਨੂੰ ਪੜ੍ਹਾਉਣ ਨਾਲ ਵੀ ਸਾਨੂੰ ਬਹੁਤ ਹੁੰਦਾ ਹੈ, ਖੁਦ ਨੂੰ ਵੀ ਯਾਦ ਰਹਿੰਦਾ ਜ਼ਿਆਦਾ ਦੇਰ ਤੱਕ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੈਥਡ ਆਫ ਲੌਕਿੰਗ ਤੇ ਚੈਕਿੰਗ ਮੈਥਡ ਤੋਂ ਪਹਿਲਾਂ ਵਾਲੀ ਪੀਪੀਟੀ ਸ਼ੇਅਰ ਕਰ ਦਿਓ ਜੀ। ਦਿਖ ਰਹੀ ਹੈ ਜੀ ਪੀਪੀਟੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨੀ ਵਧੀਆ ਸਾਨੂੰ ਇੰਨੀ ਤਰੀਕੇ ਨਾਲ ਸਮਝਾਇਆ ਜੀ। ਸਾਨੂੰ ਇਹ ਪਹਿਲਾਂ ਵੀ ਸਮਝਾਇਆ ਗਿਆ, ਪਹਿਲਾਂ ਇੰਨਾ ਵਧੀਆ ਨਹੀਂ ਸੀ ਸਮਝ ਆਇਆ ਜਿੰਨਾ ਤੁਸੀਂ ਸਮਝਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ। ਹੋਰ ਕਿਸੇ ਦੇ ਕੁਐਸਚਨਸ ਹੈਗੇ ਨੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨੀ ਵਧੀਆ ਟੈਕਨੀਕਸ ਦੱਸੀਆਂ। ਦੀਦੀ ਤੁਸੀਂ ਮੈਨੂੰ ਫਸਟ ਲੈਟਰ ਟੈਕਨੀਕ ਦੁਬਾਰਾ ਐਕਸਪਲੇਨ ਕਰ ਸਕਦੇ? ਫਸਟ ਟੈਕਨੀਕ ਸਮਝਣੀ ਹੈ ਤੁਸੀਂ? ਫਸਟ ਲੈਟਰ ਟੈਕਨੀਕ। ਫਸਟ ਲੈਟਰ ਟੈਕਨੀਕ, ਅੱਛਾ ਜੀ। ਫਸਟ ਲੈਟਰ ਟੈਕਨੀਕ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਸਪੋਜ਼ ਤੁਸੀਂ ਕੋਈ ਵਰਡ ਮਤਲਬ ਤੁਸੀਂ 5-6 ਲੈਟਰਸ ਯਾਦ ਕਰਨੇ ਨੇ, ਸੌਰੀ ਵਰਡਸ ਯਾਦ ਕਰਨੇ ਨੇ। ਹੁਣ ਜਿਵੇਂ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਮੋਸਟਲੀ ਲੈਂਦੇ ਹਾਂ ਕਿ ਅਸੀਂ ਰੇਨਬੋ ਦੇ ਕਲਰਸ ਯਾਦ ਕਰਨੇ ਨੇ, ਤੇ ਅਗਰ ਮੈਂ ਪਹਿਲਾਂ ਐਵੇਂ ਕਰਾਂ ਕਿ ਵਿਬਗਿਓਰ ਆਇਆ ਫਿਰ ਇੰਡੀਗੋ ਆਇਆ, ਐਵੇਂ ਕਰਕੇ ਯਾਦ ਕਰਾਂ ਤੇ ਮੈਨੂੰ ਯਾਦ ਨਹੀਂ ਰਹੇਗਾ ਜ਼ਿਆਦਾ ਦੇਰ। ਤੇ ਉਸ ਤੋਂ ਇਲਾਵਾ ਮੈਂ ਕੀ ਕਰ ਸਕਦੀ ਹਾਂ, ਮਤਲਬ ਐਵੇਂ ਅਗਰ ਮੈਨੂੰ ਯਾਦ ਹੁੰਦੇ ਨੇ ਠੀਕ ਹੈ, ਅਗਰ ਨਹੀਂ ਹੁੰਦੇ ਤੇ ਮੈਂ ਕੀ ਕਰ ਸਕਦੀ ਹਾਂ, ਵਿਬਗਿਓਰ ਚੋਂ ਮੈਂ ਵੀ ਲੈ ਲਿਆ, ਠੀਕ ਹੈ, ਉਸ ਤੋਂ ਬਾਅਦ ਇੰਡੀਗੋ ਚੋਂ ਮੈਂ ਆਈ ਲੈ ਲਿਆ। ਐਵੇਂ ਕਰਕੇ ਮੈਂ ਸਾਰੇ ਵਰਡਸ ਚੋਂ ਉਹਨਾਂ ਦੇ ਫਸਟ ਲੈਟਰਸ ਲੈ ਲਏ ਤੇ ਉਹਦਾ ਮੈਂ ਇੱਕ ਸੈਪਰੇਟ ਵਰਡ ਬਣਾਤਾ। ਹੁਣ ਵਿਬਗਿਓਰ ਮਤਲਬ V ਫॉर ਵਾਇਲਟ, I ਫॉर ਇੰਡੀਗੋ, ਠੀਕ ਹੈ, ਐਵੇਂ ਕਰਕੇ ਉਹ ਪੂਰੇ ਵਰਡਸ ਮਤਲਬ ਜਿਹੜੇ ਰੇਨਬੋ ਦੇ ਕਲਰਸ ਨੇ ਉਹਨਾਂ ਨੂੰ ਅਸੀਂ ਐਵੇਂ ਕਰਕੇ ਯਾਦ ਕਰਦੇ ਹਾਂ। ਤੁਸੀਂ ਕੋਈ ਹੋਰ ਵਰਡ ਲੈ ਲਓ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ 3 ਕੰਟਰੀਜ਼ ਦੇ ਨਾਮ ਯਾਦ ਕਰਨੇ ਸੀ, ਕੋਰੀਆ, ਬਰਲਿਨ ਤੇ ਕੋਂਗੋ, ਤੇ ਐਵੇਂ ਕਰਕੇ ਮੈਨੂੰ ਯਾਦ ਨਹੀਂ ਰਹਿਣੇ ਸੀ। ਤੇ ਮੈਂ ਕੀ ਕੀਤਾ, ਕੋਰੀਆ ਦਾ ਮੈਂ K ਲੈ ਲਿਆ, ਬਰਲਿਨ ਦਾ ਮੈਂ B ਲੈ ਲਿਆ, ਕੋਂਗੋ ਦਾ ਮੈਂ C ਲੈ ਲਿਆ। ਮੈਨੂੰ ਕਿਵੇਂ ਯਾਦ ਕੀਤਾ, KBC ਦੀ ਫਾਰਮ 'ਚ, ਕਿ KBC ਮੈਨੂੰ ਯਾਦ ਆ ਜਾਏਗਾ ਕੰਟੈਂਟ ਪੜ੍ਹ ਕੇ। KBC ਤੋਂ ਮੈਨੂੰ ਪਤਾ ਲੱਗ ਜਾਏਗਾ ਕਿ K ਫॉर ਕੋਰੀਆ, B ਫॉर ਬਰਲਿਨ ਹੈ ਤੇ C ਫॉर ਕੋਂਗੋ ਹੈ। ਇਵੇਂ ਕਰਕੇ ਅਸੀਂ ਇਹਨੂੰ ਯੂਜ਼ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜੀ ਦਾ ਸੈਸ਼ਨ ਬਹੁਤ ਹੀ ਵਧੀਆ ਤੇ ਇੰਟਰਸਟਿੰਗ ਸੀ ਤੇ ਮੈਂ ਆਪਣੀ ਹਾਂਜੀ। ਇੱਕ ਇਹ ਗੱਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਜਦੋਂ ਵੀ ਅਸੀਂ ਕੋਈ ਵੀ ਚੀਜ਼ ਪੜ੍ਹਦੇ ਹਾਂ, ਭਾਵੇਂ ਉਹ ਕੋਈ ਸਟੋਰੀ ਹੋਵੇ, ਐਸੇ ਕੁਝ ਵੀ ਹੋਵੇ, ਜਿਹੜੇ ਉਸਦੇ ਵਿੱਚੋਂ ਨਿਊ ਵਰਡਸ ਆਉਂਦੇ ਹਨ, ਜੇ ਅਸੀਂ ਉਹਨਾਂ ਨੂੰ ਮਤਲਬ ਜਿਹੜੇ ਅਸੀਂ ਪਹਿਲਾਂ ਕਦੇ ਨਹੀਂ ਸੁਣੇ ਹੋਣ, ਜਿਨ੍ਹਾਂ ਬਾਰੇ ਸਾਨੂੰ ਨਾ ਪਤਾ ਹੋਵੇ, ਅਸੀਂ ਜੇਕਰ ਉਹਨਾਂ ਨੂੰ ਮਤਲਬ ਇੱਕ ਲਿਸਟ ਬਣਾ ਲਾਂਗੇ ਤਾਂ ਉਹਦੇ ਨਾਲ ਸਾਡੀ ਜਿਹੜੀ ਵੋਕੈਬਲਰੀ ਹੈ ਉਹ ਵੀ ਬਹੁਤ ਅੱਛੀ ਹੋ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਿਲਕੁਲ ਫਤਿਹ। ਜੀ। ਅਸੀਂ ਮੋਸਟਲੀ ਐਵੇਂ ਯੂਜ਼ ਕਰਦੇ ਹਾਂ ਕਿ ਮਤਲਬ ਕੋਈ ਵੀ ਕੰਟੈਂਟ ਪੜ੍ਹਿਆ ਤੇ ਉਹਦੇ ਚੋਂ ਨਿਊ ਵਰਡਸ ਅਸੀਂ ਹਾਈਲਾਈਟ ਕਰ ਲੈਂਦੇ ਹਾਂ। ਬਿਲਕੁਲ ਜੀ, ਇਹਦੇ ਨਾਲ ਵੋਕੈਬਲਰੀ ਕਾਫੀ ਇੰਪਰੂਵ ਹੁੰਦੀ ਹੈ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮੇਰਾ ਕੁਐਸਚਨ ਸੀ ਕਿ ਅਸੀਂ ਆਪਣੀ ਵੋਕੈਬਲਰੀ ਨੂੰ ਬੈਟਰ ਕਿਵੇਂ ਬਣਾ ਸਕਦੇ ਹਾਂ, ਕਿ ਮਤਲਬ ਕਾਫੀ ਵਰਡਸ ਹੁੰਦੇ ਨੇ ਜਿਨ੍ਹਾਂ ਦੇ ਮੀਨਿੰਗ ਸਾਨੂੰ ਪੰਜਾਬੀ ਦੇ ਵਿੱਚ ਯਾਦ ਨਹੀਂ ਹੁੰਦੇ, ਵੀ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਯਾਦ ਕਿਵੇਂ ਕਰ ਸਕਦੇ ਹਾਂ। ਮੈਂ ਆਪਣੀ ਖੁਦ ਦੀ ਗੱਲ ਦੱਸਾਂ ਤੇ 7th ਸਟੈਂਡਰਡ ਤੱਕ ਨਾ ਮੈਨੂੰ ਮਤਲਬ ਇੰਗਲਿਸ਼ ਤਾਂ ਇੱਥੇ ਸੀ ਮੇਰੀ ਬਹੁਤ ਜ਼ਿਆਦਾ ਕਮਜ਼ੋਰ ਸੀਗੀ। ਉਦੋਂ ਨਾ ਕੀ ਹੁੰਦਾ ਸੀ ਕਿ ਟੀਚਰਸ ਨੇ ਜੋ ਸਾਨੂੰ ਲਿਖਵਾਤਾ ਸੀ ਉਹਨਾਂ ਦੀ ਕ੍ਰਾਮਿੰਗ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਮੈਂ ਮਤਲਬ ਮੈਨੂੰ ਪਤਾ ਲੱਗਿਆ ਕਿ ਐਵੇਂ ਚੱਲਣਾ ਨਹੀਂ ਅੱਗੇ ਜਾ ਕੇ, ਇੰਗਲਿਸ਼ ਇੰਪਰੂਵ ਕਰਨੀ ਪਏਗੀ। ਤਾਂ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਜਿਹਨੇ ਮੇਰੀ ਹੈਲਪ ਕੀਤੀ ਉਹ ਸੀਗੀ ਬੁੱਕ ਰੀਡਿੰਗ। ਮੈਂ ਕਾਫੀ ਬੁੱਕਸ ਰੀਡ ਕਰਨੀਆਂ ਸਟਾਰਟ ਕੀਤੀਆਂ, ਲਾਇਬ੍ਰੇਰੀ ਚੋਂ ਬੁੱਕਸ ਲਈਆਂ, ਉਹਦੇ ਚੋਂ ਨਿਊ ਵਰਡਸ ਲੱਭੇ। ਕ੍ਰੋਮ ਤੇ ਕਾਫੀ ਬੁੱਕਸ ਮਿਲਦੀਆਂ ਨੇ। ਉਸ ਤੋਂ ਬਾਅਦ ਮੈਂ ਕਾਫੀ ਇੰਗਲਿਸ਼ ਮੂਵੀਜ਼ ਦੇਖੀਆਂ, ਇੰਗਲਿਸ਼ ਟੈਡ ਟਾਕਸ ਤੇ ਲੈਕਚਰਸ ਆਉਂਦੇ ਨੇ ਇੰਗਲਿਸ਼ ਦੇ, ਉਹ ਕਾਫੀ ਇੰਟਰਸਟਿੰਗ ਹੁੰਦੇ ਨੇ, ਉਹ ਸੁਣ ਕੇ ਦੇਖੇ। ਮਤਲਬ ਅੱਜ ਮੇਰੀ ਇੰਗਲਿਸ਼ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਇੰਪਰੂਵ ਹੋ ਚੁੱਕੀ ਹੈ ਤੇ ਹਾਲੇ ਵੀ ਟੈਡ ਟਾਕਸ ਦੇ ਲੈਕਚਰਸ ਹੁੰਦੀਆਂ, ਮੈਂ ਇੰਗਲਿਸ਼ ਮੂਵੀਜ਼ ਦੇਖਦੀ ਹਾਂ, ਠੀਕ ਹੈ, ਬੁੱਕਸ ਪੜ੍ਹਦੀ ਹਾਂ। ਇਹਦੇ ਨਾਲ ਮੇਰੀ ਇੰਗਲਿਸ਼ ਕਾਫੀ ਇੰਪਰੂਵ ਹੋਈ ਹੈ। ਤੇ ਜਿਵੇਂ ਕਿ ਪਹਿਲਾਂ ਦੱਸਿਆ ਸੀ ਉਹਨਾਂ ਨੇ ਕਿ ਵੋਕੈਬਲਰੀ ਇੰਪਰੂਵ ਕਰਨ ਲਈ ਵਰਡਸ ਹਾਈਲਾਈਟ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੀ ਮੈਂ ਇਹ ਪੁੱਛਣਾ ਸੀ, ਅਸੀਂ ਡਿਫਰੈਂਟ ਕੈਮਿਸਟਰੀ ਚ ਐਟੋਮਿਕ ਮਾਸਿਸ ਕਿਵੇਂ ਯਾਦ ਰੱਖ ਸਕਦੇ ਹਾਂ? ਐਟੋਮਿਕ ਮਾਸਿਸ ਕਿਵੇਂ ਯਾਦ ਰੱਖ ਸਕਦੇ ਹਾਂ? ਅਗਰ ਨਾ ਤੁਸੀਂ ਅਗਰ ਨੇਮਸ ਦਾ ਕਹਿ ਰਹੇ ਹੋ ਤੇ ਨੇਮਸ ਨੂੰ ਅਸੀਂ ਫਸਟ ਲੈਟਰ ਟੈਕਨੀਕ ਨਾਲ ਕਰ ਸਕਦੇ ਹਾਂ। ਐਟੋਮਿਕ ਮਾਸਿਸ ਨੂੰ ਅਸੀਂ ਮੇਰੇ ਖਿਆਲ ਉਹਦਾ ਵੀ ਕੋਈ ਪੈਟਰਨ ਬਣਦਾ ਹੈ। ਐਟੋਮਿਕ ਮਾਸਿਸ ਨੂੰ ਮੈਂ ਸ਼ਾਇਦ ਇੱਕ ਪੈਟਰਨ ਬਣਾ ਕੇ ਮੈਂ ਉਹਨੂੰ ਯਾਦ ਕੀਤਾ ਸੀ। ਮਤਲਬ ਉਹਦਾ ਕੋਈ ਨਾ ਸੀਰੀਅਲ ਆਰਡਰ ਵਿੱਚ ਉਹਨੂੰ ਯਾਦ ਕਰਨ ਦੀ ਬਜਾਏ ਉਹਦਾ ਕੋਈ ਪੈਟਰਨ ਬਣਾ ਲਓ, ਉਹਦੇ ਵਿੱਚ ਉਹਨੂੰ ਯਾਦ ਕਰੋ, ਫਿਰ ਉਹ ਜ਼ਿਆਦਾ ਦੇਰ ਤੱਕ ਯਾਦ ਰਹੇਗਾ। ਮਤਲਬ ਪਹਿਲਾਂ ਅਗਰ ਐਟੋਮਿਕ ਮਾਸ 4 ਆ ਰਿਹਾ ਫਿਰ 15 ਆ ਰਿਹਾ, ਉਹਦਾ ਕੋਈ ਪੈਟਰਨ ਬਣਾ ਲਓ, ਫਿਰ ਉਹਦੇ ਨਾਲ ਯਾਦ ਕਰ ਲਓ। ਬਾਕੀ ਕੈਮਿਸਟਰੀ ਸਟੂਡੈਂਟਸ ਨੂੰ ਜ਼ਿਆਦਾ ਪਤਾ ਹੋਏਗਾ, ਉਹਨਾਂ ਤੋਂ ਤੁਸੀਂ ਲੈ ਸਕਦੇ ਹੋ ਐਡਵਾਈਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜਿਵੇਂ ਦੀ ਤੁਸੀਂ ਪਹਿਲਾਂ ਦੱਸਿਆ ਸੀ ਹਨਾ, ਮੈਥ ਦੇ ਜਿਹੜੇ ਟ੍ਰਿਗਨੋਮੈਟਰੀ ਦੇ ਫਾਰਮੂਲਾਜ਼ ਹੁੰਦੇ ਨੇਗੇ, ਉਹਨਾਂ ਦਾ ਵੀ ਮੈਥਡ ਹੈਗਾ ਗਾ, ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ। ਹਾਂਜੀ ਹਾਂਜੀ ਹਾਂ, ਤੇ ਇੱਕ ਮੈਂ ਬਸ ਐਵੇਂ ਕਹਿਣਾ ਸੀਗਾ ਵੀ ਜੋ ਤੁਸੀਂ ਦੱਸਿਆ ਬਹੁਤ ਵਧੀਆ ਸੀਗਾ ਤੇ ਸਾਰੀ ਕਲਾਸ ਬਹੁਤ ਵਧੀਆ ਲੱਗੀ। ਤੇ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਯਾਦ ਕਰ ਸਕਦੇ ਹਾਂ, ਆਪਾਂ ਬਾਰ-ਬਾਰ ਲਿਖੀਏ ਉਸੇ ਕੁਐਸਚਨ ਨੂੰ ਜੋ ਆਪਾਂ ਨੂੰ ਯਾਦ ਨਹੀਂ ਹੁੰਦਾ ਗਾ, ਨਾਲੇ ਉਹਦੇ ਨਾਲ ਆਪਣੀ ਰਾਈਟਿੰਗ ਵੀ ਵਧੀਆ ਹੋਵੇਗੀ। ਹਾਂਜੀ ਹੋ ਸਕਦਾ ਹੈ, ਪਰ ਜਦੋਂ ਲੋਕਡਾਊਨ ਜਦੋਂ ਸਟਾਰਟ ਹੋਇਆ ਸੀ ਨਾ, ਉਦੋਂ ਮੈਨੂੰ ਕਾਫੀ ਜ਼ਿਆਦਾ ਆਦਤ ਪੈ ਗਈ ਸੀ ਕਿ ਮੈਂ ਹਰ ਚੀਜ਼ ਮੈਂ ਅਗਰ ਯਾਦ ਕਰਨੀ ਹੈ ਨਾ, ਮੈਂ ਲਿਖ ਕੇ ਯਾਦ ਕਰਨੀ ਹੈ। ਉਹਦੇ ਨਾਲ ਕੀ ਹੁੰਦਾ ਸੀ, ਮੈਨੂੰ ਬਸ ਇਹ ਹੁੰਦਾ ਸੀ ਕਿ ਮੈਂ ਲਿਖਣਾ ਹੈ। ਹੈਂਡ ਰਾਈਟਿੰਗ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਜਾਂਦਾ ਸੀ। ਹੋ ਸਕਦਾ ਬਹੁਤ ਲੋਕਾਂ ਦੇ ਹੈਂਡ ਰਾਈਟਿੰਗ ਇੰਪਰੂਵ ਹੋਵੇ, ਪਰ ਐਵੇਂ ਵੀ ਹੁੰਦਾ ਕਿ ਅਸੀਂ ਸਿਰਫ ਯਾਦ ਕਰਨ ਤੇ ਧਿਆਨ ਦਿੰਦੇ ਹਾਂ, ਅਸੀਂ ਰਾਈਟਿੰਗ ਤੇ ਧਿਆਨ ਨਹੀਂ ਦਿੰਦੇ ਉਸ ਟਾਈਮ ਫਿਰ। ਤੇ ਉਹਦੇ ਨਾਲ ਨਾ ਉਹਦੇ ਨਾਲੋਂ ਅਸੀਂ ਆਪਣੇ ਮਤਲਬ ਸੈਲਫ ਰਿਸਾਈਟ ਕਰ ਲਈਏ, ਉਹ ਜ਼ਿਆਦਾ ਬੈਨੀਫਿਸ਼ੀਅਲ ਹੈ। ਸੈਲਫ ਰਿਸੀਟੇਸ਼ਨ ਨਾਲ ਟਾਈਮ ਘੱਟ ਲੱਗਦਾ ਹੈ ਤੇ ਮਤਲਬ ਉਹਦੇ ਨਾਲ ਕੋਈ ਅਸੀਂ ਬਾਕੀ ਚੀਜ਼ਾਂ ਤੇ ਵੀ ਟਾਈਮ ਡਿਵੋਟ ਕਰ ਸਕਦੇ ਹਾਂ। ਰਾਈਟਿੰਗ ਨਾਲੋਂ ਮੈਂ ਓਰਲ ਪੜ੍ਹਨਾ ਜ਼ਿਆਦਾ, ਓਰਲੀ ਕੁਝ ਕਰਨਾ ਜ਼ਿਆਦਾ ਪ੍ਰੈਫਰ ਕਰਦੀ ਹਾਂ। ਬਾਕੀ ਹੋ ਸਕਦਾ ਰਿਟਨ ਕਰਕੇ ਵੀ ਬਹੁਤ ਅੱਛਾ ਮੈਥਡ ਹੈਗਾ ਇਹ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਅਸੀਂ ਇੱਕ ਸਬਜੈਕਟ ਨੂੰ ਮੈਕਸਿਮਮ ਕਿੰਨਾ ਟਾਈਮ ਦੇਣਾ ਚਾਹੀਦਾ ਹੈ?
ਉਹ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਸਬਜੈਕਟ ਵਿੱਚ ਅੱਛੇ ਹੋ, ਕਿਸ ਵਿੱਚ ਵੀਕ ਹੋ। ਤੁਸੀਂ ਉਸ ਹਿਸਾਬ ਨਾਲ ਦੇ ਦਿਓ ਟਾਈਮ। ਮਤਲਬ ਅਗਰ ਤੁਹਾਡਾ ਮੈਥਸ ਅੱਛਾ ਹੈਗਾ ਤੇ ਤੁਸੀਂ ਉਹਨੂੰ ਥੋੜ੍ਹਾ ਘੱਟ ਟਾਈਮ ਡਿਵੋਟ ਕਰੋ ਤਾਂ ਵੀ ਚੱਲੇਗਾ। ਅਗਰ ਸਾਇੰਸ ਨੂੰ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਟਾਈਮ ਦੇਣ ਦੀ ਜ਼ਰੂਰਤ ਹੈਗੀ ਹੈ ਤੇ ਉਹਨੂੰ ਤੁਸੀਂ ਫਿਰ ਮਤਲਬ ਇੱਕ ਸਕੈਡਿਊਲ ਬਣਾ ਲਓ ਕਿ ਇਸ ਸਬਜੈਕਟ ਨੂੰ ਮੈਂ ਇੰਨੇ ਟਾਈਮ ਵਿੱਚ ਕਰਨਾ ਹੈ ਕਵਰ। ਉਹਦੇ ਨਾਲ ਫਿਰ ਤੁਹਾਨੂੰ ਪੂਰਾ ਕਲੀਅਰ ਹੋ ਜਾਏਗਾ ਕਿ ਕਿਸ ਸਬਜੈਕਟ ਨੂੰ ਮੈਂ ਕਿੰਨਾ ਟਾਈਮ ਦੇਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਆਪ ਜੀ ਨੇ ਬਹੁਤ ਵਧੀਆ ਦੱਸਿਆ ਹੈਗਾ। ਤੇ ਇੱਕ ਅੰਕਲ ਜੋਗਿੰਦਰ ਸਿੰਘ ਜੀ ਸਨ, ਉਹਨਾਂ ਨੇ ਵੀ ਸਾਨੂੰ 1-2 ਵਾਰ ਐਵਰੀ ਸੰਡੇ ਸਾਡਾ ਸੈਸ਼ਨ ਲਿਆ ਸੀ, ਜਿਸ ਵਿੱਚ ਜਿਵੇਂ ਹੁਣ ਆਪਾਂ ਯਾਦ ਕਰਨਾ ਹੁੰਦਾ ਅਰਥ, ਯੂਰੇਨਸ, ਸਾਰੇ ਨੇਮਸ ਆਪਾਂ ਨੂੰ ਕਈ ਸੀਰੀਅਲ ਵਾਈਜ਼ ਯਾਦ ਨਹੀਂ ਹੁੰਦੇ। ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕਾ ਦੱਸਿਆ ਸੀ, ਇੱਕ ਸੈਂਟੈਂਸ ਬਣਾ ਕੇ ਮਾਈ ਵੈਰੀ ਈਜ਼ੀ ਮੈਥਡ ਇਸ ਤਰ੍ਹਾਂ। ਤੇ ਉਹ ਸਾਨੂੰ ਮੈਨੂੰ ਵੀ ਪਹਿਲਾਂ ਮਤਲਬ ਕਿ ਸੀਰੀਅਲ ਵਾਈਜ਼ ਯਾਦ ਨਹੀਂ ਸੀ ਹੁੰਦੇ ਤੇ ਉਸ ਤੋਂ ਬਾਅਦ ਮੈਨੂੰ ਵੀ ਯਾਦ ਹੋ ਗਏ। ਤੇ ਆਪ ਜੀ ਨੇ ਵੀ ਬਹੁਤ ਵਧੀਆ ਦੱਸਿਆ ਹੈ। ਫਸਟ ਲੈਟਰ ਵਾਲਾ ਮੈਨੂੰ ਮੈਥਡ ਬਹੁਤ ਹੀ ਵਧੀਆ ਲੱਗਾ ਤੇ ਬਾਕੀ ਸਾਰੇ ਬਹੁਤ ਵਧੀਆ ਸੀ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਕੁਐਸਚਨ ਐਵੇਂ ਸੀ ਵੀ ਜਿਵੇਂ ਮਾਸਟਰ ਦੇ ਵਿੱਚ ਆ ਕੇ ਆਪਣੇ ਸਾਰੇ ਸਬਜੈਕਟ ਸੇਮ ਹੋ ਜਾਂਦੇ ਨੇ ਤਾਂ ਉੱਥੇ ਆਪਾਂ ਨੂੰ ਵੀ 2 ਸਬਜੈਕਟ ਸੇਮ ਸਬਜੈਕਟ ਹੋਣ ਤੇ ਇੰਟਰਮਿਕਸਿੰਗ ਹੋਣੀ ਸਟਾਰਟ ਹੋ ਜਾਂਦੀ ਹੈ ਟੌਪਿਕਸ, ਤਾਂ ਉੱਥੇ ਆਪਾਂ ਕੀ ਕਰ ਸਕਦੇ ਹਾਂ? ਤੁਸੀਂ ਨਾ ਮਤਲਬ ਹਾਂ ਬਹੁਤ ਬਿਲਕੁਲ ਠੀਕ ਪ੍ਰੋਬਲਮ ਹੈ ਕਿ ਵੱਡੀਆਂ ਕਲਾਸਾਂ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਨਾਲ ਤੁਸੀਂ ਕੀ ਕਰੋ, ਤੁਸੀਂ ਥੋੜ੍ਹੀ ਬ੍ਰੇਕ ਲੈ ਕੇ ਪੜ੍ਹ ਲਓ। ਮਤਲਬ ਇੱਕ ਸਬਜੈਕਟ ਪੜ੍ਹਿਆ, ਥੋੜ੍ਹੀ ਬ੍ਰੇਕ ਲਈ, ਮਤਲਬ 5-10 ਮਿੰਟ ਜਾਂ 15 ਮਿੰਟ ਦੀ ਬ੍ਰੇਕ ਲਈ, ਉਹਦੇ ਵਿੱਚ ਕੁਛ ਹੋਰ ਕਰ ਲਓ ਤੇ ਉਸ ਤੋਂ ਬਾਅਦ ਫਿਰ ਦੂਸਰਾ ਸਬਜੈਕਟ ਸਟਾਰਟ ਕਰੋ। ਇਹਦੇ ਨਾਲ ਇੰਟਰਮਿਕਸ਼ਨ ਨਹੀਂ ਹੋਏਗੀ। ਓਕੇ, ਇੱਕ ਮੈਂ ਦੱਸਣਾ ਸੀ, ਜਿਵੇਂ ਹੁਣੇ ਕਿਸੇ ਸਟੂਡੈਂਟ ਨੇ ਕੁਐਸਚਨ ਪੁੱਛਿਆ ਸੀ ਅਸੀਂ ਅਟੋਮਿਕ ਮਾਸ ਕਿਸ ਤਰ੍ਹਾਂ ਯਾਦ ਕਰ ਸਕਦੇ ਹਾਂ। ਜਿਵੇਂ ਨਾ ਹਰੇਕ ਦਾ ਅਟੋਮਿਕ ਮਾਸ ਅਪਰੋਕਸੀਮੇਟ ਇਕੁਅਲ ਟੂ ਡਬਲ ਹੁੰਦਾ। ਜੇਕਰ ਤਾਂ ਕੋਈ ਈਵਨ ਨੰਬਰ ਵਾਲਾ ਐਟਮ ਹੈ ਤਾਂ ਉਹਦਾ ਤਾਂ ਓਨਲੀ ਡਬਲ ਹੁੰਦਾ, ਜੇ ਕੋਈ ਔਡ ਵਾਲਾ ਤਾਂ ਉਹਦਾ ਡਬਲ +1 ਕਰਕੇ ਇਕੁਅਲ ਅਟੋਮਿਕ ਮਾਸ ਆਉਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਕੁਐਸਚਨ ਸੀਗਾ ਵੀ ਜਿਹੜਾ ਕੀਵਰਡ ਮੈਥਡ ਤੁਸੀਂ ਕਿਹਾ ਸੀ ਉਸ ਤੋਂ ਪਹਿਲਾਂ ਵਾਲੀ PPT ਸ਼ੇਅਰ ਕਰ ਦਿਓ। ਉਸ ਤੋਂ ਪਹਿਲਾਂ ਨਿਮੋਨਿਕਸ ਬਾਰੇ ਦੱਸਿਆ ਸੀਗਾ ਮੈਂ। ਨਿਮੋਨਿਕਸ ਦਾ ਮਤਲਬ ਹੁੰਦਾ ਹੈ ਉਹ ਟੈਕਨੀਕਸ ਜੋ ਅਸੀਂ ਯੂਜ਼ ਕਰਦੇ ਹਾਂ ਆਪਣੀ ਮੈਮਰੀ ਨੂੰ ਇਨਕਰੀਜ਼ ਕਰਨ ਲਈ। ਮੈਂ ਇੱਕ ਵਾਰੀ ਕਰ ਦਿੰਦੀ ਹਾਂ ਸ਼ੇਅਰ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਚੰਕਿੰਗ ਮੈਥਡ ਬਾਰੇ ਇੱਕ ਵਾਰ ਦੁਬਾਰਾ ਦੱਸ ਦਿਓ। ਚੰਕਿੰਗ ਮੈਥਡ ਚੰਕ ਵਰਡ ਤੋਂ ਬਣਿਆ ਹੈ। ਚੰਕ ਮਤਲਬ ਜਦੋਂ ਮੈਂ ਕੋਈ ਵੀ ਵੱਡੀ ਚੀਜ਼ ਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰ ਲਾਂ ਤੇ ਉਹਨੂੰ ਕਹਿੰਦੇ ਨੇ ਚੰਕ। ਉਹਦੇ ਇੱਕ ਪਾਰਟ ਨੂੰ ਅਸੀਂ ਕਹਿੰਦੇ ਹਾਂ ਚੰਕ। ਤੇ ਅਸੀਂ ਕੀ ਕਰਾਂਗੇ ਚੰਕਿੰਗ ਮੈਥਡ ਵਿੱਚ, ਸਪੋਜ਼ ਮੇਰੇ ਕੋਲ ਕੋਈ ਬਹੁਤ ਵੱਡਾ ਨੰਬਰ ਹੈਗਾ 194719492004। ਮੈਂ ਅਗਰ ਇਹਨੂੰ ਮਤਲਬ ਇਨੀਸ਼ੀਅਲੀ ਮੈਨੂੰ ਦਿੱਤਾ ਹੋਇਆ ਕਿਸੇ ਨੇ ਹਨਾ, ਉਸੇ ਟਾਈਮ ਮੈਂ ਉਹਨੂੰ ਯਾਦ ਨਹੀਂ ਕਰ ਪਾਵਾਂਗੀ। ਤੇ ਇਹਦੇ ਵਾਸਤੇ ਸਾਡੇ ਕੋਲ ਮੈਥਡ ਹੈਗਾ ਚੰਕਿੰਗ ਮੈਥਡ, ਜਿਹਦੇ ਨਾਲ ਮੈਂ ਵੱਡੀ ਸਾਰੀ ਇਨਫੋਰਮੇਸ਼ਨ ਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰਕੇ ਯਾਦ ਕਰਾਂਗੀ। ਸਾਨੂੰ ਪਤਾ 1947 ਦੇ ਵਿੱਚ ਇੰਡੀਪੈਂਡੈਂਸ ਮਿਲੀ ਸੀ ਇੰਡੀਆ ਨੂੰ। ਫਿਰ 1949 ਦੇ ਵਿੱਚ ਕੌਨਸਟੀਟਿਊਸ਼ਨ ਆਇਆ ਸੀ। 2004 ਦੇ ਵਿੱਚ ਸੁਨਾਮੀ ਨੇ ਹਿੱਟ ਕੀਤਾ ਸੀ ਏਸ਼ੀਅਨ ਪਾਰਟਸ ਨੂੰ। ਤੇ ਐਵੇਂ ਕਰਕੇ ਨਾ ਮੈਂ ਇਵੈਂਟਸ ਦੇ ਨਾਲ ਉਹਨੂੰ ਰਿਲੇਟ ਕਰ ਲਿਆ, ਠੀਕ ਹੈ, ਜਾਂ ਨਾ ਵੀ ਕਰਾਂ ਮੈਂ, ਪਰ ਮੈਂ ਉਹਨੂੰ ਸਿਰਫ ਪਾਰਟਸ ਵਿੱਚ ਡਿਵਾਈਡ ਕਰ ਲਿਆ। 1947 1949 2004 ਇਹ ਮੇਰਾ ਨੰਬਰ ਬਣ ਗਿਆ ਜਿਹੜਾ ਮੈਂ ਯਾਦ ਕਰਨਾ ਸੀ। ਕੋਈ ਵੀ ਅਗਰ ਤੁਹਾਡੇ ਕੋਲ ਹੋਰ ਸਬਜੈਕਟਸ ਵੀ ਨੇ ਤੇ ਉਹਦੇ ਵਿੱਚੋਂ ਨਾ ਮਤਲਬ ਤੁਸੀਂ ਸਾਰਾ ਕੁਝ ਇਕੱਠਾ ਨਾ ਪੜ੍ਹੋ, ਉਹਨੂੰ ਡਿਵਾਈਡ ਕਰ ਲਓ ਕਿ ਪਹਿਲਾਂ ਮੈਂ ਇੰਨਾ ਪੜ੍ਹਨਾ ਹੈ, ਇਹਦੀ ਪ੍ਰੈਪਰੇਸ਼ਨ ਕਰਨੀ ਹੈ, ਫਿਰ ਮੈਂ ਇੰਨਾ ਪੜ੍ਹਨਾ ਹੈ, ਇਹਦੀ ਤਿਆਰੀ ਕਰਨੀ ਹੈ। ਐਵੇਂ ਕਰਕੇ ਕਰ ਲਓ। ਬਾਕੀ ਸਬਜੈਕਟਸ ਵਾਸਤੇ ਵੀ ਯੂਜ਼ਫੁਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਤੁਸੀਂ ਸਾਨੂੰ ਨਿਮੋਨਿਕਸ ਬਾਰੇ ਦੱਸਿਆ ਤੇ ਮੈਂ ਆਪਣੀ ਇੱਕ ਗੱਲ ਵੀ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਜੇ ਆਪਾਂ ਕਿਸੇ ਚੀਜ਼ ਨੂੰ ਯਾਦ ਕਰਨਾ ਹੈ ਤਾਂ ਇੱਕ ਮੈਥਡ ਇਹ ਵੀ ਹੈ ਕਿ ਆਪਾਂ ਉਹਨੂੰ ਕਦੇ ਵੀ ਰੱਟ ਕੇ ਨਹੀਂ ਯਾਦ ਕਰਨਾ, ਬਲਕਿ ਉਹਨੂੰ ਸਮਝ ਕੇ ਯਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਜੇਕਰ ਅਸੀਂ ਜ਼ਿਆਦਾ ਸਮੇਂ ਤੱਕ ਕੋਈ ਚੀਜ਼ ਯਾਦ ਰੱਖਣੀ ਹੈ ਤਾਂ ਸਾਨੂੰ ਹਮੇਸ਼ਾ ਸਮਝ ਕੇ ਪੜ੍ਹਨਾ ਚਾਹੀਦਾ ਹੈ। ਇਸ ਦੇ ਨਾਲ ਸਾਡੀ ਇੰਗਲਿਸ਼ ਵੀ ਇੰਪਰੂਵ ਹੁੰਦੀ ਹੈ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਆਪਾਂ ਹਾਰਡ ਵਰਕ ਤੇ ਸਮਾਰਟ ਵਰਕ ਵਿੱਚ ਡਿਫਰੈਂਸ ਕੀ ਆ ਤੇ ਆਪਾਂ ਕਿਹੜੀ ਸਟੱਡੀ ਕਿਹੜੇ ਟਾਈਮ ਤੇ ਕਰ ਸਕਦੇ ਹਾਂ? ਹਾਰਡ ਵਰਕ ਕਦੋਂ ਕਰਨਾ ਚਾਹੀਦਾ ਜਾਂ ਸਮਾਰਟ ਵਰਕ ਕਦੋਂ ਕਰਨਾ ਚਾਹੀਦਾ? ਦੇਖੋ ਇੰਪੋਰਟੈਂਟ ਦੋਨੋਂ ਹੀ ਨੇ, ਹਾਰਡ ਵਰਕ ਵੀ ਇੰਪੋਰਟੈਂਟ ਹੈ, ਸਮਾਰਟ ਵਰਕ ਵੀ ਇੰਪੋਰਟੈਂਟ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਜਦੋਂ ਮੈਂ ਐਗਜ਼ਾਮ, ਮੇਰੇ ਕੋਲ ਸਪੋਜ਼ ਐਗਜ਼ਾਮ ਤੋਂ 1 ਮਹੀਨਾ ਪਹਿਲਾਂ ਮੇਰੇ ਕੋਲ ਟਾਈਮ ਪਿਆ ਹੈ ਪੜ੍ਹਨ ਦਾ, ਉਦੋਂ ਮੇਰੀ ਹਾਰਡ ਵਰਕਿੰਗ ਮੈਟਰ ਕਰੇਗੀ। ਹਾਂ, ਕੁਝ ਪੁਆਇੰਟਸ ਤੇ ਮੇਰੀ ਸਮਾਰਟ ਵਰਕ ਮੈਟਰ ਕਰੇਗੀ। ਇਹ ਮੈਮਰੀ ਟੈਕਨੀਕਸ ਵੀ ਇੱਕ ਸਮਾਰਟ ਵਰਕ ਦੀ ਐਗਜ਼ਾਮਪਲ ਹੈਗੀ ਹੈ ਕਿ ਮੈਂ ਉਹਨੂੰ ਬੜੀ ਸਮਾਰਟਲੀ ਕੋਈ ਕਿਸੇ ਤਰੀਕੇ ਨਾਲ ਯਾਦ ਕੀਤਾ ਇਨਫੋਰਮੇਸ਼ਨ ਨੂੰ। ਪਰ ਜਦ ਤੱਕ ਅਸੀਂ ਹਾਰਡ ਵਰਕ ਤੇ ਸਮਾਰਟ ਵਰਕ ਨੂੰ ਇਕੱਠਾ ਨਹੀਂ ਕਰਾਂਗੇ ਨਾ, ਉਦੋਂ ਤੱਕ ਕੋਈ ਵੀ ਇਨਫੋਰਮੇਸ਼ਨ ਯਾਦ ਕੀਤੀ ਜਾਂ ਕੋਈ ਵੀ ਕੰਮ ਕੀਤਾ ਸਾਡਾ ਓਨਾ ਐਫੀਸ਼ੀਐਂਟਲੀ ਨਹੀਂ ਹੋ ਪਾਏਗਾ, ਓਨੀ ਐਫੀਸ਼ੀਐਂਟਲੀ ਅਸੀਂ ਕਿਸੇ ਕੰਮ ਨੂੰ ਕਰ ਨਹੀਂ ਪਾਵਾਂਗੇ। ਇਸ ਕਰਕੇ ਹੁਣ ਐਗਜ਼ਾਮ ਤੋਂ ਪਹਿਲਾਂ ਮੇਰੇ ਕੋਲ ਟਾਈਮ ਹੈਗਾ, ਬਹੁਤ ਟਾਈਮ ਹੈ, ਉਦੋਂ ਮੈਂ ਹਾਰਡ ਵਰਕ ਵੀ ਕਰਨਾ ਹੈ, ਸਮਾਰਟ ਵਰਕ ਵੀ ਕਰਨਾ ਹੈ। ਪਰ ਐਂਡ ਟਾਈਮ ਤੇ ਆ ਕੇ ਸਪੋਜ਼ ਮੇਰੇ ਕੋਲ ਸਿਰਫ ਕੁਝ ਘੰਟੇ ਨੇ ਐਗਜ਼ਾਮ ਦੀ ਪ੍ਰੀਪਰੇਸ਼ਨ ਵਾਸਤੇ, ਉਦੋਂ ਮੈਂ ਕੀ ਕਰਾਂਗੀ? ਉਦੋਂ ਮੇਰਾ ਸਮਾਰਟ ਵਰਕ ਜ਼ਿਆਦਾ ਕੰਮ ਕਰੇਗਾ। ਪਹਿਲਾਂ ਮੇਰਾ ਹਾਰਡ ਵਰਕ ਜ਼ਿਆਦਾ ਕੰਮ ਕਰ ਰਿਹਾ ਸੀ, ਹੁਣ ਮੇਰਾ ਸਮਾਰਟ ਵਰਕ ਜ਼ਿਆਦਾ ਕੰਮ ਕਰ ਰਿਹਾ। ਸੋ ਇਹ ਡਿਫਰੈਂਸ ਹੈਗਾ ਦੋਨਾਂ ਦੇ ਵਿੱਚ ਕਿ ਮੈਂ ਕਿਸੇ ਚੀਜ਼ ਨੂੰ ਕਿੰਨੇ ਹਾਰਡ ਵਰਕਿੰਗ ਤਰੀਕੇ ਨਾਲ ਕਰ ਰਹੀ, ਮਤਲਬ ਕਿੰਨੇ ਮਿਹਨਤ ਨਾਲ ਕਰ ਰਹੀ ਹਾਂ, ਤੇ ਦੂਸਰੀ ਚੀਜ਼ ਕਿ ਮੈਂ ਕਿਸੇ ਕੰਮ ਨੂੰ ਕਿੰਨੇ ਸਮਾਰਟਲੀ ਕਰ ਰਹੀ ਹਾਂ। ਓਕੇ, ਧੰਨਵਾਦ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਸੀ ਕਿ ਜਿਸ ਤਰ੍ਹਾਂ ਆਪਣੀ ਵੱਡੀਆਂ ਕਲਾਸਾਂ 'ਚ ਲੈਂਥੀ ਚੈਪਟਰਸ ਹੁੰਦੇ ਆ 15-20 ਪੇਜਸ ਦੇ, ਤੇ ਉਹ ਆਪਾਂ ਕਿਸ ਤਰ੍ਹਾਂ ਯਾਦ ਰੱਖ ਸਕਦੇ ਹਾਂ? ਤੇ ਨਾਲੇ ਜਦੋਂ ਐਗਜ਼ਾਮ ਹੁੰਦਾ ਵਾ ਉਦੋਂ ਸਾਰੇ ਚੈਪਟਰ ਮਤਲਬ ਰਿਵੀਜ਼ਨ ਜਿਹੜੀ ਆਪਣੀ ਵਧੀਆ ਤਰੀਕੇ ਨਾਲ ਹੋ ਸਕੇ। ਵੱਡੀਆਂ ਕਲਾਸਿਸ ਵਿੱਚ ਜੋ ਤੁਹਾਡੇ ਸਭ ਤੋਂ ਜ਼ਿਆਦਾ ਚੀਜ਼ ਕੰਮ ਆਏਗੀ ਨਾ, ਉਹ ਹੋਏਗਾ ਕਿ ਤੁਹਾਨੂੰ ਕਨਸੈਪਟ ਕਲੈਰਿਟੀ ਕਿੰਨੀ ਹੈ। ਹੁਣ ਤੁਸੀਂ ਸਿਰਫ ਸਪੋਜ਼ ਤੁਸੀਂ ਚੈਪਟਰ ਤੇ ਸਿਰਫ ਰੱਟੇ ਮਾਰ ਰਹੇ ਹੋ, ਤੁਹਾਨੂੰ ਕਨਸੈਪਟ ਕੁਝ ਵੀ ਨਹੀਂ ਪਤਾ। ਹੁਣ ਜੇ ਉਸ ਚੈਪਟਰ 'ਚੋਂ ਕੁਝ ਹੋਰ ਕੋਈ ਨਵਾਂ ਕੁਐਸਚਨ ਆ ਗਿਆ, ਤੁਸੀਂ ਉਹਦਾ ਆਨਸਰ ਨਹੀਂ ਦੇ ਪਾਓਗੇ। ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਜਿੰਨਾ ਵੱਡੇ ਤੋਂ ਵੱਡਾ ਚੈਪਟਰ ਹੋਏ ਨਾ, ਉਹਦੀ ਕਨਸੈਪਟ ਕਲੈਰਿਟੀ ਜ਼ਰੂਰੀ ਹੈ। ਠੀਕ ਹੈ, ਉਹਦੀ ਕਨਸੈਪਟ ਕਲੈਰਿਟੀ ਸਭ ਤੋਂ ਪਹਿਲੀ ਚੀਜ਼ ਮੈਟਰ ਕਰਦੀ ਹੈ। ਦੂਸਰੀ ਕਰਦੀ ਹੈ ਕਿ ਤੁਸੀਂ ਉਹਨੂੰ ਕਿੰਨੀ ਵਾਰ ਰਿਵਾਈਜ਼ ਕੀਤਾ ਹੋਇਆ ਹੈ, ਕਿੰਨੀ ਵਾਰ ਤੁਹਾਨੂੰ ਮਤਲਬ ਪਤਾ ਹੈ ਕਿ ਤੁਸੀਂ ਇੰਨੀ ਵਾਰ ਉਹਨੂੰ ਰਿਵਾਈਜ਼ ਕੀਤਾ ਹੈ, ਉਹਦੇ ਨਾਲ ਤੁਹਾਡੀ ਮੈਮਰੀ ਵਿੱਚ ਜ਼ਿਆਦਾ ਟਾਈਮ ਸਟੋਰ ਰਹੇਗਾ। ਲੈਂਥੀ ਚੈਪਟਰਸ ਜਾਂ ਛੋਟੇ ਚੈਪਟਰਸ ਇਹ ਮੈਟਰ ਨਹੀਂ ਕਰਦਾ। ਮੈਟਰ ਕੀ ਕਰਦਾ ਹੈ ਕਿ ਸਾਡੀ ਕਨਸੈਪਟ ਕਲੈਰਿਟੀ ਕਿੰਨੀ ਹੈ ਤੇ ਮੈਂ ਉਹਨੂੰ ਕਿੰਨੀ ਵਾਰ ਰਿਵਾਈਜ਼ ਕੀਤਾ ਹੋਇਆ ਹੈ। ਹਾਂਜੀ, ਤੇ ਵਾਹਿਗੁਰੂ ਜੀ, ਆਪਾਂ ਨੂੰ ਨੋਟਸ ਬਣਾਉਣੇ ਚਾਹੀਦੇ ਹਰ ਇੱਕ ਸਬਜੈਕਟ ਦੇ? ਉਹ ਡਿਪੈਂਡ ਕਰਦਾ ਕਿ ਮਤਲਬ ਤੁਹਾਨੂੰ ਕਿਵੇਂ ਕੋਈ ਚੀਜ਼ ਯਾਦ ਰਹਿੰਦੀ ਹੈ। ਹੁਣ ਮੈਂ ਨੋਟਸ ਬਣਾ ਕੇ ਜ਼ਿਆਦਾ ਨਹੀਂ ਪੜ੍ਹ ਸਕਦੀ ਉਹਨਾਂ ਤੋਂ, ਮੈਨੂੰ ਬੁੱਕ ਤੋਂ ਜ਼ਿਆਦਾ ਪੜ੍ਹਨਾ ਠੀਕ, ਮੈਨੂੰ ਬੁੱਕ ਤੋਂ ਪੜ੍ਹਨਾ ਜ਼ਿਆਦਾ ਠੀਕ ਲੱਗਦਾ ਹੈ। ਹੁਣ ਕਈਆਂ ਵਾਸਤੇ ਹੋਏਗਾ ਕਿ ਉਹ ਸਿਰਫ ਪੜ੍ਹਦੇ ਹੀ ਨੋਟਸ ਤੋਂ ਨੇ। ਸੋ ਇਹ ਆਪਣੇ ਤੇ ਡਿਪੈਂਡ ਕਰਦਾ ਹੈ ਕਿਵੇਂ ਤੁਹਾਨੂੰ ਯਾਦ ਹੁੰਦਾ ਹੈ, ਕੋਈ ਵੀ ਚੀਜ਼ ਕਿਵੇਂ ਯਾਦ ਹੁੰਦੀ ਹੈ ਤੁਹਾਨੂੰ। ਹਾਂਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਇੱਕ ਕੁਐਸਚਨ ਹੈਗਾ, ਹਾਊ ਵੀ ਕੈਨ ਫੋਕਸ ਔਨ ਆਰ ਸਟੱਡੀਜ਼। ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਫੋਕਸ, ਮਤਲਬ ਅਸੀਂ ਆਪਣੀ ਸਟੱਡੀ ਤੇ ਫੋਕਸ ਕਰਨਾ ਹੈ ਤਾਂ ਸਭ ਤੋਂ ਪਹਿਲੀ ਚੀਜ਼ ਹੈ ਕਿ ਅਸੀਂ ਉਹਨੂੰ ਪੂਰੇ ਮਤਲਬ ਆਪਣੀ ਪੂਰੀ ਕੰਸੈਂਟਰੇਸ਼ਨ ਨਾਲ ਪੂਰਾ ਦਿਲ ਲਗਾ ਕੇ ਪੜ੍ਹੀਏ ਕਿ ਮੈਂ ਅੰਦਰੋਂ ਡਿਟਰਮਾਈਂਡ ਹੋਣੀ ਚਾਹੀਦੀ ਹਾਂ ਕਿ ਜੋ ਮੈਂ ਪੜ੍ਹ ਰਹੀ ਹਾਂ ਉਹ ਮੈਂ ਪੜ੍ਹਨਾ ਹੈਗਾ, ਤੇ ਉਹਦੇ ਨਾਲ ਮੇਰਾ ਫੋਕਸ ਆਪਣੇ ਆਪ ਬਣ ਜਾਏਗਾ। ਜੇ ਮੈਂ ਅੰਦਰੋਂ ਦੀ ਮੋਟੀਵੇਟਿਡ ਨਹੀਂ ਆ ਕੁਝ ਵੀ ਪੜ੍ਹਨ ਲਈ, ਤੇ ਭਾਵੇਂ ਮੈਂ ਜਿੰਨੀ ਮਰਜ਼ੀ ਬਾਹਰੋਂ ਦੀ ਮਿਹਨਤ ਕਰ ਲਾਂ ਪੜ੍ਹਨ ਲਈ, ਉਹ ਓਨੀ ਐਫੀਸ਼ੀਐਂਟਲੀ ਨਹੀਂ ਹੋ ਪਾਏਗਾ। ਇਸ ਕਰਕੇ ਇੰਟਰਨਲ ਮੋਟੀਵੇਸ਼ਨ ਵੀ ਬਹੁਤ ਜ਼ਰੂਰੀ ਹੈ ਅਗਰ ਮੈਂ ਕੋਈ ਵੀ ਚੀਜ਼ ਕਰਨੀ ਹੈ। ਫੋਕਸ ਕਰਨ ਲਈ ਅਸੀਂ ਸਾਡੀ ਇੰਟਰਨਲ ਮੋਟੀਵੇਸ਼ਨ ਤੇ ਐਕਸਟਰਨਲੀ ਅਸੀਂ ਕਿੰਨੇ ਫਿਟ ਹੈਗੇ ਹਾਂ, ਦੋਨੋਂ ਮੈਟਰ ਕਰਦਾ ਹੈ। ਮੇਰੇ ਖਿਆਲ ਹੋ ਗਿਆ ਜੀ ਸਭ ਦਾ।
ਧੰਨਵਾਦ ਜੀ ਮੈਨੂੰ ਮੌਕਾ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।